ਕ੍ਰਿਸ਼ਨ ਚੰਦਰ ਦਾ ਲਿਖਿਆ ਤੇ ਧਰਮਿੰਦਰ ਸ਼ਾਹਿਦ ਦਾ ਅਨੁਵਾਦਿਤ ਨਾਵਲ ਹੈ ਇੱਕ ਔਰਤ ਹਜ਼ਾਰ ਦੀਵਾਨੀ। ਅਧਿਆਇ 16। ਖੂਬ ਚੰਦ ਨੇ ਫਿਰ ਬੜੀ ਮਿਹਨਤ ਤੇ ਤਨਦੇਹੀ ਨਾਲ ਲਾਚੀ ਦੀ ਤਸਵੀਰ ਬਣਾਈ। ਜਦ ਤਸਵੀਰ ਪੂਰੀ ਹੋ ਗਈ, ਲਾਚੀ ਨੇ ਉਹਨੂੰ ਵੇਖ ਕੇ ਕਿਹਾ, ਇਹ ਝੂਠੀ ਤਸਵੀਰ ਹੈ। ਕੀ ਝੂਠ ਹੈ? ਖੂਬ ਚੰਦ ਨੇ ਲਾਚੀ ਨੂੰ ਪੁੱਛਿਆ। ਮੈਂ ਇੰਨੀ ਖੂਬਸੂਰਤ ਨਹੀਂ ਜਿੰਨੀ ਇਹ ਤਸਵੀਰ ਹੈ। ਲਾਚੀ ਨੇ ਤਸਵੀਰ ਵੱਲ ਵੇਖ ਕੇ ਇਤਰਾਜ਼ ਜ਼ਾਹਿਰ ਕੀਤਾ। ਇਹ ਲਿਬਾਸ ਮੇਰਾ ਹੈ, ਇਹ ਤਸਵੀਰ ਵੀ ਮੇਰੀ ਹੈ। ਰੰਗ, ਕੱਦ, ਸ਼ਕਲ ਬਿਲਕੁਲ ਉਹੀ ਹੋਇਆ ਜਿਹੋ ਜੀ ਮੈਂ ਹਾਂ, ਪਰ ਫਿਰ ਵੀ ਇਹ ਮੇਰੀ ਤਸਵੀਰ ਹੁੰਦਿਆਂ ਹੋਇਆਂ ਵੀ ਮੇਰੀ ਨਹੀਂ ਹੈ। ਅਜਿਹਾ ਕਿਉਂ ਹੈ ਸੁਪਰੀਟਾਨ? ਲਾਚੀ ਨੇ ਤਸਵੀਰ ਤੋਂ ਨਜ਼ਰਾਂ ਹਟਾ ਕੇ ਖੂਬ ਚੰਦ ਨੂੰ ਪੁੱਛਿਆ। ਖੂਬ ਚੰਦ ਦਾ ਰੰਗ ਫਿੱਕਾ ਪੈ ਗਿਆ। ਆਖਿਰ ਉਹ ਘੜੀ ਆ ਪੁੱਜੀ ਜਿਹਦਾ ਉਹਨੂੰ ਇੰਤਜ਼ਾਰ ਸੀ। ਉਹ ਕਹੇ ਜਾਂ ਨਾ ਕਹੇ, ਉਹਨੇ ਇਸ ਤਸਵੀਰ ਦੇ ਹਾਵ ਭਾਵ ਉਤਾਰਦਿਆਂ ਕਈ ਵਾਰ ਸੋਚਿਆ ਸੀ ਕਹਿ ਦੇਵੇ, ਫਿਰ ਸੋਚਿਆ ਸੀ ਕਿਉਂ ਕਹੇ। ਆਖਿਰ ਚੁੱਪ ਦੀ ਵੀ ਤਾਂ ਕੋਈ ਜ਼ੁਬਾਨ ਹੁੰਦੀ ਹੈ ਤੇ ਨਜ਼ਰ ਵੀ ਤਾਂ ਗਵਾਹ ਹੁੰਦੀ ਹੈ। ਤੇ ਕੰਬਦੀਆਂ ਹੋਈਆਂ ਉਂਗਲਾਂ ਦੀ ਹਿਲ ਜੁਲ ਚੋਂ ਇਹ ਕਿਹੋ ਜਿਹਾ ਗੀਤ ਨਿਕਲਿਆ ਕਿ ਇਹ ਕਿਸੇ ਨੂੰ ਸੁਣਦਾ ਨਹੀਂ। ਮੈਂ ਤਾਂ ਤੇਰੀ ਤਸਵੀਰ ਦੇ ਜ਼ਰੀਏ ਤੈਨੂੰ ਬਹੁਤ ਕੁਝ ਕਿਹਾ ਹੈ। ਲਾਚੀ, ਫਿਰ ਤੂੰ ਸੁਣਦੀ ਕਿਉਂ ਨਹੀਂ? ਕਿ ਤੂੰ ਇਸ 'ਚ ਸਿਰਫ ਆਪਣੀ ਸ਼ਖਸੀਅਤ ਵੇਖਦੀ ਹੈ, ਆਪਣੀ ਸੂਰਤ ਦਾ ਅਕਸ, ਆਪਣੇ ਹੁਸਨ ਦੇ ਹਾਵ ਭਾਵ, ਪਰ ਮੇਰੀ ਰੂਹ ਦਾ ਚਾਨਣ ਕਿਉਂ ਨਹੀਂ ਦਿਸਦਾ ਤੈਨੂੰ? ਮੇਰੇ ਇਸ ਤਰਸੇ ਹੋਏ ਬੁਰਸ਼ ਦੇ ਰੰਗ, ਇਹਨੇ ਤੇਰੀ ਤਸਵੀਰ 'ਚ ਕਿੰਨੀਆਂ ਮਨਮੋਹਕ ਸਦਰਾਂ ਦੇ ਰੰਗ ਬਿਰੰਗੇ ਗੁਲਜ਼ਾਰ ਖਿੜਾ ਦਿੱਤੇ ਹਨ। ਨਹੀਂ ਤੂੰ ਕਿਹੋ ਜਿਹੀ ਕੁੜੀ ਹੈ? ਮੇਰੇ ਦਿਲ ਦਾ ਲਹੂ ਵੀ ਨਹੀਂ ਦੇਖ ਸਕਦੀ। ਹੁਣ ਮੈਂ ਤੈਨੂੰ ਕੀ ਕਰਾਂ? ਖੂਬ ਚੰਦ ਸ਼ਾਂਤ ਨਜ਼ਰਾਂ ਨਾਲ ਲਾਚੀ ਦੀ ਤਸਵੀਰ ਵੱਲ ਵੇਖਦਾ ਰਿਹਾ ਤੇ ਕੁਝ ਨਾ ਬੋਲਿਆ। ਉਹਨੇ ਲਾਚੀ ਦੇ ਕਿਸੇ ਸਵਾਲ ਦਾ ਜਵਾਬ ਨਾ ਦਿੱਤਾ। ਉਹਦੇ ਮੂੰਹੋਂ ਇੱਕ ਹੌਕਾ ਤੱਕ ਨਾ ਨਿਕਲਿਆ, ਉਹਦੀਆਂ ਅੱਖਾਂ 'ਚ ਇੱਕ ਹੰਝੂ ਤੱਕ ਨਾ ਆਇਆ। ਬਸ ਉਹ ਮੁੱਠੀਆਂ ਮੀਚੀ, ਬੁੱਲਾਂ ਨੂੰ ਕੁੱਟੀ ਤਸਵੀਰ ਦੇ ਸਾਹਮਣੇ ਚੁੱਪਚਾਪ ਖੜਾ ਰਿਹਾ। ਲਾਚੀ ਜਦ ਉਹਦੇ ਕੋਲ ਆ ਗਈ, ਉਹਨੇ ਹੌਲੀ ਜਿਹੀ ਖੂਬ ਚੰਦ ਦੇ ਮੋਢੇ ਤੇ ਆਪਣਾ ਹੱਥ ਰੱਖ ਦਿੱਤਾ ਤੇ ਬਹੁਤ ਮਿੱਠੀ ਤੇ ਧੀਮੀ ਆਵਾਜ਼ 'ਚ ਬੋਲੀ, ਜੇ ਮੈਂ ਗੁੱਲ ਨੂੰ ਪਿਆਰ ਨਾ ਕਰਦੀ ਤਾਂ ਤੇਰੀ ਹੋ ਜਾਂਦੀ ਸੁਪਰੀਟਾਨ। ਖੂਬ ਚੰਦ ਇੱਕ ਵਾਰ ਤਾਂ ਚੌਂਕ ਉੱਠਿਆ, ਫਿਰ ਉਹਦੇ ਹੱਥਾਂ ਦੀਆਂ ਮੁੱਠੀਆਂ ਤਣ ਗਈਆਂ। ਉਹਦਾ ਸਾਰਾ ਜਿਸਮ ਤੂਫਾਨ 'ਚ ਡਗਮਗਾਉਂਦੇ ਪੱਤੇ ਵਾਂਗ ਕੰਬਿਆ ਤੇ ਕੰਬ ਕੇ ਇੱਕਦਮ ਸ਼ਾਂਤ ਹੋ ਗਿਆ, ਜਿਵੇਂ ਇਹ ਪੱਤਾ ਡਾਲੀ ਨਾਲੋਂ ਟੁੱਟ ਕੇ ਗਿਰ ਗਿਆ ਹੋਵੇ ਤੇ ਹਵਾਵਾਂ ਦੇ ਥਪੇੜੇ ਖਾਂਦਾ ਹੋਇਆ ਕਿਤੇ ਦੂਰ ਫਿਜ਼ਾ 'ਚ ਖੋ ਗਿਆ। ਮੌਤ ਦੀਆਂ ਵਾਦੀਆਂ 'ਚ ਹਮੇਸ਼ਾ ਲਈ ਖੋ ਗਿਆ, ਪਰ ਗੁੱਲ ਤਾਂ ਚਲਾ ਗਿਆ, ਸਦਾ ਦੇ ਲਈ ਉਹ ਹੁਣ ਵਾਪਸ ਨਹੀਂ ਆਏਗਾ। ਖੂਬ ਚੰਦ ਨੇ ਲਾਚੀ ਵੱਲ ਮੁੜੇ ਬਗੈਰ ਹੀ ਕਿਹਾ, ਜਿਵੇਂ ਉਹ ਲਾਚੀ ਤੋਂ ਨਹੀਂ ਤਸਵੀਰ ਤੋਂ ਪੁੱਛ ਰਿਹਾ ਹੋਵੇ। ਉਹ ਨਹੀਂ ਆਏਗਾ ਤਾਂ ਕੀ ਹੋਇਆ? ਮੈਂ ਤਾਂ ਉਹਦੇ ਕੋਲ ਜਾ ਸਕਦੀ ਹਾਂ। ਮੈਂ ਤਾਂ ਖਾਨਾ ਬਦੋਸ਼ ਹਾਂ ਸੁਪਰੀਟਾਨ। ਮੇਰੇ ਲਈ ਤਾਂ ਕੋਈ ਮਕਾਨ ਹੀ ਨਹੀਂ, ਕੋਈ ਦੇਸ਼ ਨਹੀਂ ਹੈ, ਕੋਈ ਦੀਵਾਰ ਨਹੀਂ ਹੈ, ਕੋਈ ਜੇਲ੍ਹ ਨਹੀਂ ਹੈ। ਮੈਂ ਤਾਂ ਕਿਤੇ ਵੀ ਜਾ ਸਕਦੀ ਹਾਂ। ਮੈਂ ਬੁਜ਼ਦਿਲ ਨਹੀਂ ਹਾਂ। ਮੈਂ ਤਾਂ ਖੁਦ ਪੈਦਲ ਚੱਲ ਕੇ ਵੀ ਗੁੱਲ ਦੇ ਕੋਲ ਪੁੱਜ ਜਾਵਾਂਗੀ, ਚਾਹੇ ਉਹ ਇੱਥੋਂ ਹਜ਼ਾਰਾਂ ਮੀਲ ਹੀ ਕਿਉਂ ਨਾ ਰਹਿੰਦਾ ਹੋਵੇ। ਮੈਂ ਸੋਚਿਆ ਸੀ, ਖੂਬ ਚੰਦ ਨੇ ਕਿਹਾ ਤੇ ਫਿਰ ਰੁਕ ਗਿਆ। ਕੀ ਸੋਚਿਆ ਸੀ? ਸੋਚਿਆ ਸੀ ਇਹ ਨੌਕਰੀ ਛੱਡ ਦਿਆਂਗਾ, ਤੈਨੂੰ ਲੈ ਕੇ ਪੈਰਿਸ ਚਲਾ ਜਾਵਾਂਗਾ ਤੇ ਉੱਥੇ ਇੱਕ ਸਟੂਡੀਓ ਖੋਲ ਕੇ ਸਿਰਫ ਤੇਰੀਆਂ ਤਸਵੀਰਾਂ ਬਣਾਇਆ ਕਰਾਂਗਾ। ਸਿਰਫ ਮੇਰੀਆਂ ਕਿਉਂ? ਕਦੇ-ਕਦੇ ਇੱਕ ਸ਼ਖਸੀਅਤ ਇੱਕ ਸਮੁੰਦਰ ਦੇ ਬਰਾਬਰ ਹੋ ਜਾਂਦੀ ਹੈ। ਮੈਂ ਨਹੀਂ ਸਮਝੀ, ਲਾਚੀ ਨੇ ਹੈਰਾਨ ਹੋ ਕੇ ਕਿਹਾ। ਖੂਬ ਚੰਦ ਉਸ ਵੱਲ ਮੁੜਿਆ ਤੇ ਬੋਲਿਆ, ਇਹ ਤਾਂ ਨਹੀਂ ਹੋ ਸਕਦਾ ਕਿ ਤੂੰ ਕੁਝ ਸੁਣਿਆ ਨਾ ਹੋਵੇ, ਕੁਝ ਸਮਝਿਆ ਨਾ ਹੋਵੇ। ਆਖਿਰ ਜਦ ਮੇਰੇ ਨਾਂ ਕਹਿਣ ਤੇ ਤੂੰ ਇੰਨਾ ਕੁਝ ਸਮਝ ਗਈ ਹੈ, ਇੰਨੀ ਕੁ ਗੱਲ ਕਿਵੇਂ ਨਹੀਂ ਸਮਝ ਸਕੀ? ਜੇ ਨਾ ਸਮਝੇ ਤਾਂ ਮੇਰੇ ਕਹਿਣ ਤੇ ਕਿਵੇਂ ਸਮਝ ਸਕੇਂਗੀ? ਇਹ ਤੋਂ ਦੋ ਗੱਲਾਂ ਸਾਬਿਤ ਹੁੰਦੀਆਂ ਹਨ। ਰੂਹ ਦੀ ਗੱਲ ਰੂਹ ਸਮਝ ਲੈਂਦੀ ਹੈ, ਪਰ ਕੋਈ ਰੂਹ ਦੂਸਰੀ ਰੂਹ 'ਚ ਇੰਨੀ ਡੁੱਬ ਨਹੀਂ ਸਕਦੀ ਕਿ ਉਹਦੇ ਗਮ ਨੂੰ ਆਪਣਾ ਗਮ ਬਣਾ ਲਏ। ਓਹੋ, ਕਿੰਨੀ ਵੱਡੀ ਹੋ ਤਨਹਾਈ! ਲਾਚੀ ਨੇ ਕਿਹਾ, ਤੁਸੀਂ ਹਮੇਸ਼ਾ ਜਾਂ ਤਾਂ ਕੁਝ ਸਾਬਤ ਕਰਦੇ ਰਹਿੰਦੇ ਹੋ ਜਾਂ ਤਸਵੀਰ ਬਣਾਉਂਦੇ ਰਹਿੰਦੇ ਹੋ, ਤੇ ਮੈਂ ਸਿਰਫ ਚਾਹੁੰਦੀ ਹਾਂ ਸੁਪਰੀਟਾਨ। ਕੀ ਸਿਰਫ ਚਾਹਣਾ ਕਾਫੀ ਨਹੀਂ ਹੈ? ਖੂਬ ਚੰਦ ਨੇ ਲਾਚੀ ਵੱਲ ਇੱਕ ਕਦਮ ਵਧਾਇਆ। ਨਾ ਚਾਹੁੰਦਿਆਂ ਉਹਦਾ ਜੀ ਕੀਤਾ ਸੀ ਲਾਚੀ ਨੂੰ ਆਪਣੀਆਂ ਬਾਹਾਂ 'ਚ ਲੈ ਲਵੇ, ਪਰ ਦੂਜੇ ਹੀ ਪਲ ਉਹ ਰੁਕ ਗਿਆ। ਉਹਨੇ ਆਪਣੀਆਂ ਬਾਹਾਂ ਆਪਣੀ ਛਾਤੀ ਨਾਲ ਲਾ ਲਈਆਂ ਤੇ ਬੋਲਿਆ, ਕਦੇ-ਕਦੇ ਚਾਹੁੰਦਾ ਕਿ ਕਿਸੇ ਲਈ ਮਰ ਜਾਣਾ ਵੀ ਘੱਟ ਹੁੰਦਾ ਹੈ। ਹਾਏ, ਤੁਸੀਂ ਕਿੰਨੀ ਵਧੀਆ ਗੱਲ ਕੀਤੀ ਹੈ। ਲਾਚੀ ਨੇ ਪ੍ਰਸ਼ੰਸਾ ਭਰਪੂਰ ਨਿਗਾਹਾਂ ਨਾਲ ਖੂਬ ਚੰਦ ਵੱਲ ਵੇਖ ਕੇ ਕਿਹਾ, ਬਸ ਇਹੋ ਗੱਲ ਮੈਂ ਗੁੱਲ ਲਈ ਸਦਾ ਸੋਚਦੀ ਸੀ, ਪਰ ਜ਼ਾਹਿਰ ਨਾ ਕਰ ਸਕੀ। ਖੂਬ ਚੰਦ ਚੁੱਪਚਾਪ ਖੜਾ ਸੋਚਦਾ ਰਿਹਾ। ਲਾਚੀ ਮੂੰਹ ਪਰੇ ਕਰ ਤਸਵੀਰ ਨੂੰ ਵੇਖਣ ਲੱਗੀ, ਫਿਰ ਬੋਲੀ, ਹੁਣ ਤੁਸੀਂ ਇਸ ਤਸਵੀਰ ਦਾ ਕੀ ਕਰੋਗੇ? ਮੈਂ ਇਹਨੂੰ ਆਪਣੇ ਨਾਲ ਪੈਰਿਸ ਲੈ ਜਾਵਾਂਗਾ,
ਫਿਰ ਇੱਕਦਮ ਖੂਬ ਚੰਦ ਨੂੰ ਅਹਿਸਾਸ ਹੋਇਆ ਕਿ ਜਿਵੇਂ ਉਹਨੂੰ ਇਸ ਵਕਤ ਕੁਝ ਕਰਨਾ ਚਾਹੀਦਾ ਹੈ, ਜਾਂ ਤਾਂ ਲਾਚੀ ਨਾਲ ਝਗੜਾ ਕਰਕੇ ਉਹਨੂੰ ਬਾਹਰ ਭੇਜ ਦੇਣਾ ਚਾਹੀਦਾ ਹੈ, ਜਾਂ ਜ਼ਬਰਦਸਤੀ ਆਪਣੇ ਗਲ ਨਾਲ ਲਾ ਲੈਣਾ ਚਾਹੀਦਾ ਹੈ, ਜਾਂ ਆਪਣੇ ਸਿਰ ਦੇ ਵਾਲਾਂ ਨੂੰ ਨੋਚ ਲਿਆ ਜਾਏ, ਨਹੀਂ ਤਾਂ ਹਰ ਪਲ ਵੱਧਦੀ ਬੇਚੈਨੀ ਉਹਨੂੰ ਪਾਗਲ ਬਣਾ ਦੇਗੀ। ਖੂਬ ਚੰਦ ਨੇ ਇੱਕ ਛੋਟੀ ਜਿਹੀ ਅਲਮਾਰੀ 'ਚ ਚਾਬੀ ਲਾਈ ਤੇ ਉਸ ਵਿੱਚ ਖੁਸ਼ਬੂ ਦੀਆਂ 2-3 ਛੋਟੀਆਂ-ਛੋਟੀਆਂ ਬੋਤਲਾਂ ਕੱਢ ਲਈਆਂ ਤੇ ਉਹਨਾਂ ਨੂੰ ਤਸਵੀਰ ਤੇ ਲਾਉਣ ਲੱਗਿਆ। ਵਾਲਾਂ ਤੇ ਰਾਤ ਦੀ ਰਾਣੀ, ਗਰਦਨ ਤੇ ਜੂਹੀ, ਘੱਗਰੇ ਤੇ ਗੁਲਾਬ। ਕੀ ਕਰ ਰਹੇ ਹੋ? ਲਾਚੀ ਨੇ ਹੈਰਾਨ ਹੋ ਕੇ ਪੁੱਛਿਆ। ਤਸਵੀਰ ਤੇ ਖੁਸ਼ਬੂ ਲਗਾ ਰਿਹਾ। ਲਾਚੀ ਨੇ ਕਿਹਾ, ਬੜੇ ਅਜੀਬ ਆਦਮੀ ਹੋ, ਖੁਸ਼ਬੂ ਤਾਂ ਪੈਰਿਸ ਜਾਂਦੇ ਜਾਂਦੇ ਉੜ ਜਾਏਗੀ, ਪਰ ਇਹਦੀ ਯਾਦ ਤਾਂ ਬਾਕੀ ਰਹਿ ਜਾਏਗੀ। ਖੂਬ ਚੰਦ ਲਾਚੀ ਵੱਲ ਮੁੜਿਆ ਤੇ ਬੋਲਿਆ, ਲਾਚੀ, ਕਦੀ ਕੋਈ ਚੀਜ਼ ਖਤਮ ਨਹੀਂ ਹੁੰਦੀ, ਕਿਸੇ ਦੂਸਰੀ ਚੀਜ਼ 'ਚ ਬਦਲ ਜਾਂਦੀ ਹੈ। ਖੂਬਸੂਰਤੀ ਯਾਦ ਵਿੱਚ, ਯਾਦ ਗੀਤ ਵਿੱਚ, ਗੀਤ ਗੂੰਜ ਵਿੱਚ, ਗੂੰਜ ਫਿਜ਼ਾ ਵਿੱਚ, ਫਿਜ਼ਾ ਲਹਿਰਾਂ ਵਿੱਚ, ਤੇ ਲਹਿਰਾਂ ਨੂੰ ਕੌਣ ਮੇਟ ਸਕਦਾ? ਲਾਚੀ ਨੇ ਇੱਕ ਠੰਡਾ ਸਾਹ ਲਿਆ ਤੇ ਬੋਲੀ, ਕਿਸਮਤ ਦੇ ਲਿਖੇ ਨੂੰ ਕੌਣ ਮੇਟ ਸਕਦਾ ਹੈ? ਮੈਨੂੰ ਇਸ ਵਕਤ ਗੁੱਲ ਯਾਦ ਆਉਂਦਾ ਹੈ। ਗੁੱਲ ਗੁੱਲ ਗੁੱਲ। ਇੱਕਦਮ ਖੂਬ ਚੰਦ ਭੜਕਿਆ। ਹਰ ਵੇਲੇ ਗੁੱਲ, ਗੈਟ ਆਊਟ। ਪਰ ਸੁਪਰੀਟਾਨ ਲਾਚੀ ਉਹਨੂੰ ਇਉਂ ਬਿਫਰਦਿਆਂ ਵੇਖ ਕੇ ਘਬਰਾ ਗਈ। ਗੈਟ ਆਊਟ। ਖੂਬ ਚੰਦ ਦੋਵੇਂ ਹੱਥ ਖੋਲ ਕੇ ਫਿਰ ਭੜਕਿਆ। ਲਾਚੀ ਦੌੜ ਕੇ ਕਮਰੇ ਤੋਂ ਬਾਹਰ ਚਲੀ ਗਈ। ਰਸਤੇ 'ਚ ਉਹਨੂੰ 2-3 ਚਪੜਾਸੀ ਦੌੜਦੇ ਹੋਏ ਖੂਬ ਚੰਦ ਦੇ ਕਮਰੇ ਵੱਲ ਆਉਂਦੇ ਮਿਲੇ। ਇੱਕ ਚਪੜਾਸੀ ਨੇ ਪੁੱਛਿਆ, ਕੀ ਹੋਇਆ? ਲਾਚੀ ਬਹੁਤ ਥੱਕੇ ਲਹਿਜੇ 'ਚ ਬੋਲੀ, ਕੀ ਹੁੰਦਾ ਹੈ? ਤੁਸੀਂ ਦੱਸੋ। ਜਦ ਕੋਈ ਮਰਦ ਕਿਸੇ ਔਰਤ ਨੂੰ ਚਾਹੁੰਦਾ ਹੈ ਤੇ ਔਰਤ ਉਹਨੂੰ ਨਹੀਂ ਚਾਹੁੰਦੀ ਤਾਂ ਕੀ ਹੁੰਦਾ ਹੈ? ਦਿਲਾਰਾ ਨੇ ਪੁੱਛਿਆ, ਕੀ ਹੋਇਆ? ਉਹ ਮੈਨੂੰ ਪੈਰਿਸ ਲੈ ਜਾਣਾ ਚਾਹੁੰਦਾ ਹੈ, ਪਰ ਹਰ ਮਰਦ ਸਿਰਫ ਆਪਣੀ ਚਾਹਤ ਨੂੰ ਚਾਹੁੰਦਾ ਹੈ, ਉਹ ਨਹੀਂ ਦੇਖਦਾ ਕਿ ਔਰਤ ਕੀ ਚਾਹੁੰਦੀ ਹੈ। ਹਾਏ ਪੈਰਿਸ। ਕੁਸ਼ਲਿਆ ਦੇ ਮੂੰਹ 'ਚ ਪਾਣੀ ਭਰ ਆਇਆ। ਉਹਦੀਆਂ ਅੱਖਾਂ 'ਚ ਚਾਹਤ ਦੀ ਚਮਕ ਸੀ। ਉਹਨੂੰ ਕਹਿ ਦੇ ਮੈਨੂੰ ਪੈਰਿਸ ਲੈ ਚੱਲੇ। ਦੂਜੀਆਂ ਔਰਤਾਂ ਹੱਸਣ ਲੱਗੀਆਂ, ਪਰ ਲਾਚੀ ਨੂੰ ਹਾਸਾ ਨਾ ਆਇਆ। ਉਹ ਚੁੱਪਚਾਪ ਸਿਰ ਝੁਕਾ ਕੇ ਆਪਣੇ ਇਕਾਂਤ ਖੁੰਝੇ 'ਚ ਪਹੁੰਚ ਚਲੀ ਗਈ। 3 ਦਿਨ ਤੱਕ ਲਾਚੀ ਆਪਣੇ ਕਮਰੇ 'ਚੋਂ ਬਾਹਰ ਨਾ ਨਿਕਲੀ। 3 ਦਿਨ ਤੱਕ ਉਹ ਬੁਖਾਰ ਦੀ ਹਾਲਤ 'ਚ ਰਹੀ। ਡਾਕਟਰ ਲਗਾਤਾਰ ਆ ਕੇ ਉਹਨੂੰ ਵੇਖਦਾ ਰਿਹਾ ਤੇ ਦਵਾਈ ਦਿੰਦਾ ਰਿਹਾ, ਪਰ ਬੇਸੁੱਧ ਲਾਚੀ ਦਾ ਬੁਖਾਰ ਵੱਧਦਾ ਗਿਆ। 5ਵੇਂ ਦਿਨ ਡਾਕਟਰ ਬਹੁਤ ਗੰਭੀਰ ਤੇ ਫਿਕਰਮੰਦੀ ਵਾਲਾ ਚਿਹਰਾ ਲੈ ਕੇ ਲਾਚੀ ਦੇ ਕਮਰੇ ਤੋਂ ਬਾਹਰ ਆਇਆ। ਵਾਰਡਨ ਉਹਦੇ ਪਿੱਛੇ ਆਇਆ। ਬਾਹਰ ਜੀਨਾ ਬਾਈ, ਕਾਲੀ ਚਰਨ ਤੇ ਖੂਬ ਚੰਦ ਖੜੇ ਸਨ। ਡਾਕਟਰ ਨੇ ਉਹਨਾਂ ਦੀਆਂ ਸਵਾਲੀਆ ਨਜ਼ਰਾਂ ਦਾ ਜਵਾਬ ਦਿੰਦਿਆਂ ਕਿਹਾ, ਹਾਲਤ ਖਤਰਨਾਕ ਹੈ, ਉਹਨੂੰ ਫੌਰਨ ਹਸਪਤਾਲ ਭੇਜਣਾ ਪਏਗਾ। ਜੇਲ੍ਹ ਦੇ ਹਸਪਤਾਲ 'ਚ? ਖੂਬ ਚੰਦ ਨੇ ਪੁੱਛਿਆ। ਨਹੀਂ। ਡਾਕਟਰ ਸਟੈਥੋਸਕੋਪ ਘੁਮਾਉਂਦਾ ਬੋਲਿਆ, ਉਹਨੂੰ ਗੰਭੀਰ ਬਿਮਾਰੀਆਂ ਵਾਲੇ ਹਸਪਤਾਲ 'ਚ ਭੇਜਣਾ ਪਏਗਾ। ਗੰਭੀਰ ਬਿਮਾਰੀਆਂ ਵਾਲੇ ਹਸਪਤਾਲ 'ਚ ਕਿਉਂ? ਖੂਬ ਚੰਦ ਨੇ ਘਬਰਾ ਕੇ ਪੁੱਛਿਆ। ਉਹਨੂੰ ਚੇਚਕ ਹੋ ਗਿਆ। ਹਸਪਤਾਲ ਦੀ ਦੁਨੀਆ 'ਚ ਇੱਕ ਉਦਾਸ ਤੇ ਭਿਆਨਕ ਦੁਨੀਆ ਸੀ। ਉਹ ਖੌਫਨਾਕ ਤੇ ਬੇਹੋਸ਼ ਰਾਤਾਂ ਦੀ ਦੁਨੀਆ ਸੀ। ਲਾਵੇ ਵਾਂਗ ਖੌਲਦੇ ਹੋਏ ਦਿਮਾਗ, ਅੱਗ ਵਾਂਗ ਜਲਦੇ ਹੋਏ ਤੇ ਰਿਸਦੇ ਜ਼ਖਮਾਂ ਦੀ ਦੁਨੀਆ ਸੀ। ਕਿੰਨੇ ਵੱਡੇ ਘੜੇ ਸਨ ਉਸ ਵਿੱਚ, ਜਿਵੇਂ ਉਹ ਕਦਮ ਕਦਮ ਤੇ ਪੀਕ ਲਹੂ ਲਾਵੇ ਤੇ ਚਿੱਕੜ 'ਚ ਧਸਦੀ ਚਲੀ ਜਾਵੇ। ਤੇ ਉਹਦੇ ਚਾਰੇ ਪਾਸੇ ਹਨੇਰਾ ਸੀ। ਉਹ ਚੀਕ ਚੀਕ ਕੇ ਗੁੱਲ ਨੂੰ ਪੁਕਾਰਦੀ। ਜਦੋਂ ਚੀਕਦੀ ਤਾਂ ਹਨੇਰੇ 'ਚ ਕਿਤੇ ਕਿਤੇ ਬਿਜਲੀ ਲਿਸ਼ਕਦੀ, ਕਿਤੇ ਕਿਤੇ ਕਾਲੇ ਗਰਜਦੇ ਹੋਏ ਬੱਦਲ ਫਟਦੇ ਹੋਏ ਨਜ਼ਰ ਆਉਂਦੇ। ਕਦੇ ਕਦੇ ਉਹਨੂੰ ਗੁੱਲ, ਕਦੇ ਕਾਲੀ ਚਰਨ ਤੇ ਕਦੇ ਖੂਬ ਚੰਦ ਦੇ ਪਰਛਾਵੇਂ ਨਜ਼ਰ ਆਉਂਦੇ ਤੇ ਨਜ਼ਰ ਆਉਂਦਿਆਂ ਹੀ ਲੋਪ ਹੋ ਜਾਂਦੇ। ਅੱਖਾਂ ਦੇ ਗੰਧਲੇ ਜਿਹੇ ਪਰਦੇ ਪੈ ਜਾਂਦੇ ਤੇ ਅੱਖਾਂ ਖੋਲ ਖੋਲ ਕੇ ਆਪਣੀ ਖਾਨਾ ਬਦੋਸ਼ਾਂ ਤੇ ਬਾਪ ਨੂੰ ਆਵਾਜ਼ਾਂ ਮਾਰਦੀ, ਆਪਣੀ ਰੂਹ ਦੀ ਪੂਰੀ ਤਾਕਤ ਨਾਲ ਆਪਣੇ ਕਬੀਲੇ ਨੂੰ ਆਵਾਜ਼ਾਂ ਮਾਰਦੀ ਤੇ ਉਸ ਖੁਦਾ ਨੂੰ ਪੁਕਾਰਦੀ ਜੋ 7 ਜ਼ਮੀਨਾਂ ਤੇ 7 ਧਰਤੀਆਂ ਤੋਂ ਪਰੇ ਕਿਸੇ ਅਣਜਾਣ ਦੁਨੀਆ 'ਚ ਖੜਾ ਉੱਤੇ ਹੱਸ ਰਿਹਾ ਸੀ। ਜਦ ਉਹ ਗਮ ਤੇ ਗੁੱਸੇ ਨਾਲ ਆਪਣੇ ਬੁੱਲ ਦੰਦਾਂ ਨਾਲ ਚੱਬ ਲੈਂਦੀ ਤਾਂ ਅੱਧ ਕੱਚੇ ਪਾਣੀ ਤੇ ਪੀਕ ਨਾਲ ਮਿਲੇ ਹੋਏ ਲਹੂ ਦੀ ਧਾਰ ਨਾਲ ਉਹਦਾ ਮੂੰਹ ਭਰ ਜਾਂਦਾ ਤੇ ਫਿਰ ਦਰਦ ਨਾਲ ਛਟਪਟਾਉਂਦੀ ਬੇਹੋਸ਼ ਹੋ ਜਾਂਦੀ। ਉਹ ਵੀ ਉਹਨੂੰ ਹੋਸ਼ ਘੱਟ ਆਉਂਦਾ ਸੀ। ਜਾਂ ਤਾਂ ਪੂਰੀ ਬੇਹੋਸ਼ੀ ਹੁੰਦੀ ਜਾਂ ਅੱਧੀ ਬੇਹੋਸ਼ੀ ਰਹਿੰਦੀ। ਚੇਚਕ ਤੇ ਬੁਖਾਰ ਉਹਦੇ ਜਿਸਮ 'ਚ ਇਉਂ ਚੱਲ ਰਹੇ ਸਨ ਜਿਵੇਂ ਤੇਜ਼ ਰਫ਼ਤਾਰ ਹਨੇਰੀ ਬੱਦਲਾਂ ਨੂੰ ਲੈ ਗਰਦ ਤੇ ਗੁਬਾਰ ਉਡਾਉਂਦੀ ਹੋਈ, ਦਰਖਤਾਂ ਨੂੰ ਝੁਕਾਉਂਦੀ ਹੋਈ, ਝੁੱਗੀਆਂ ਨੂੰ ਤੋੜਦੀ ਹੋਈ, ਇਨਸਾਨੀ ਬਸਤੀਆਂ ਉਜਾੜਦੀ ਹੋਈ, ਚਾਰੋਂ ਪਾਸੇ ਤਬਾਹੀ ਮਚਾਉਂਦੀ ਹੋਈ ਉਹਦੇ ਖੂਬਸੂਰਤ ਜਿਸਮ ਤੇ ਜਾਨ ਨੂੰ ਆਪਣੇ ਪੈਰਾਂ ਹੇਠ ਮਿੱਧਦਿਆਂ ਲੰਘ ਰਹੀ ਹੋਵੇ। ਇੱਕ ਡੂੰਘਾ ਖੂਹ ਸੀ ਜਿਸ 'ਚੋਂ ਗਿਰਦੀ ਜਾ ਰਹੀ ਸੀ। ਇੱਕ ਘੁੰਮਣ ਘੇਰੀ ਸੀ ਜਿਸ 'ਚੋਂ ਇੱਕ ਬੇਸਹਾਰਾ ਬੇਜਾਨ ਤਿਣਕੇ ਵਾਂਗ ਗੋਤੇ ਖਾ ਰਹੀ ਸੀ। ਅਸਮਾਨ ਸਿਰ ਤੇ ਟੁੱਟ ਪਿਆ ਸੀ। ਪੈਰਾਂ ਹੇਠਲੀ ਜ਼ਮੀਨ ਫਟ ਗਈ ਸੀ। ਲਾਲ ਸੰਦੂਰੀ ਰੌਸ਼ਨੀਆਂ, ਫੁੱਲ ਝੜੀਆਂ, ਤਾਰੇ ਤਾਰੇ, ਰੇ ਰੇ, ਚਿੱਕੜ ਚਿੱਕੜ, ਕਾਈ, ਝੀਲ ਝੀਲ, ਝਲ ਝਲ ਕਰਦੀਆਂ ਜੋਕਾਂ, ਰੀਂਗਦੇ ਹੋਏ ਕੀੜੇ ਉਹਦੇ ਜਿਸਮ ਤੇ ਰੀਂਗ ਰਹੇ ਸਨ। ਬਚਾ ਲਓ ਗੁੱਲ, ਮੈਨੂੰ ਬਚਾ ਲਓ। ਦੇਖ ਇਹ ਲਾਵਾ ਮੇਰੀਆਂ ਅੱਖਾਂ 'ਚੋਂ ਉਬਾਲੇ ਮਾਰ ਰਿਹਾ ਹੈ।
ਇੱਕ ਕੰਡਿਆਂ ਵਾਂਗ ਤਿੱਖੀ ਜੀਭ ਵਾਲੇ ਕੀੜੇ ਮੇਰੇ ਜਿਸਮ ਦੇ ਰੋਮ ਰੋਮ ਚ ਘੁਸਦੇ ਜਾ ਰਹੇ ਆ। ਝਾੜੀਆਂ, ਜੰਗਲ, ਇਹ ਰੇਤਾ, ਇਹ ਕੰਡੇ, ਖੇਤ, ਮੈਂ ਟੁੱਟਦੀ, ਮੈਂ ਗਿਰਦੀ, ਮੈਂ ਡੁੱਬੀ, ਬਚਾਓ ਬਚਾਓ। ਪਰ ਜਦ 27 ਦਿਨਾਂ ਬਾਅਦ ਖਤਰਨਾਕ ਬੁਖਾਰ ਨੂੰ ਠੱਲ ਪਈ, ਹਨੇਰੀ ਰੁਕੀ, ਲਾਵਾ ਸ਼ਾਂਤ ਹੋਇਆ, ਲਾਚੀ ਨੇ ਇੱਕ ਗਹਿਰੀ ਤੇ ਉਦਾਸ ਜਿਹੀ ਚੁੱਪ ਚ ਅੱਖਾਂ ਖੋਲੀਆਂ। ਹੁਣ ਉਹ ਹਮੇਸ਼ਾ ਲਈ ਅੰਨੀ ਹੋ ਚੁੱਕੀ ਸੀ ਤੇ ਉਹਦੀਆਂ ਬੇਜਾਨ ਹੱਡੀਆਂ ਦੇ ਢਾਂਚੇ ਤੇ ਸੁੱਕੀ ਹੋਈ, ਮੁਰਝਾਈ ਹੋਈ ਚਮੜੀ ਤੇ ਬਹੁਤ ਵੱਡੇ ਵੱਡੇ ਦਾਗ ਪੈ ਗਏ ਸਨ, ਜਿਵੇਂ ਕਿਸੇ ਨੇ ਉਹਦੇ ਹੁਸਨ ਦੇ ਥੱਲੇ ਬਾਰੂਦ ਰੱਖ ਕੇ ਉਹਨੂੰ ਉਡਾ ਦਿੱਤਾ ਹੋਵੇ। ਲਗਭਗ 3 ਮਹੀਨਿਆਂ ਬਾਅਦ ਲਾਚੀ ਨੂੰ ਵਾਪਸ ਜੇਲ੍ਹ ਭੇਜਿਆ ਗਿਆ। ਇੱਕ ਵਾਰ ਫੇਰ ਲਾਚੀ ਦੀ ਹਾਜ਼ਰੀ ਜੇਲ੍ਹ ਸੁਪਰਡੈਂਟ ਦੇ ਦਫ਼ਤਰ 'ਚ ਹੋਈ। ਉਸੇ ਕਮਰੇ 'ਚੋਂ ਲਿਆਂਦੀ ਗਈ ਜਿੱਥੇ ਜੇਲ੍ਹ 'ਚ ਆਉਣ ਤੇ ਪਹਿਲੇ ਦਿਨ ਲਿਆਂਦੀ ਗਈ ਸੀ। ਜੇਲ੍ਹ ਦੇ ਕਾਫੀ ਲੋਕਾਂ ਨੂੰ ਲਾਚੀ ਨੂੰ ਵੇਖਣ ਦੀ ਚਾਹਤ ਸੀ। ਹਾਜੀ ਤੇ ਮੀਰ ਚੰਦਾਨੀ, ਕੁਸ਼ਲਿਆ ਤੇ ਜੀਨਾ, ਕਾਲੀ ਚਰਨ ਤੇ ਦੂਜੇ ਲੋਕ ਸਿਰਫ ਇਹੋ ਵੇਖਣਾ ਚਾਹੁੰਦੇ ਸੀ ਕਿ ਲਾਚੀ ਦੇ ਹੁਸਨ ਦੇ ਨਾਲ ਚੇਚਕ ਨੇ ਕੀ ਸਲੂਕ ਕੀਤਾ। ਉਹਨਾਂ ਨੂੰ ਹਸਪਤਾਲ ਦੇ ਸਮੇਂ-ਸਮੇਂ ਤੇ ਜੋ ਰਿਪੋਰਟਾਂ ਮਿਲਦੀਆਂ ਉਹਨਾਂ ਨੂੰ ਪੂਰਾ ਯਕੀਨ ਨਹੀਂ ਸੀ, ਕਿਉਂਕਿ ਉਹਨਾਂ ਨੇ ਲਾਚੀ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਜਿਹੜੀ ਤਸਵੀਰ ਆਪਣੀ ਨਜ਼ਰ ਨਾਲ ਦਿਲ 'ਚ ਉਤਰ ਜਾਂਦੀ ਹੈ, ਉਹ ਉਸ ਵਕਤ ਤੱਕ ਨਹੀਂ ਮਿਟਦੀ ਜਦ ਤੱਕ ਇਨਸਾਨ ਉਹਦੀ ਬਦਲੀ ਹਾਲਤ ਨੂੰ ਖੁਦ ਵੇਖ ਨਾ ਲਏ। ਸਭ ਉਹਨੂੰ ਵੇਖਣਾ ਚਾਹੁੰਦੇ ਸੀ, ਪਰ ਇੱਕ ਖੂਬ ਚੰਦ ਸੀ ਜਿਹੜਾ ਉਹਨੂੰ ਵੇਖਣਾ ਨਹੀਂ ਚਾਹੁੰਦਾ ਸੀ। ਉਹਨੇ ਇਹ ਇੰਤਜ਼ਾਮ ਕਰ ਲਿਆ ਸੀ ਕਿ ਜਦ ਲਾਚੀ ਉਹਦੇ ਕਮਰੇ 'ਚ ਲਿਆਂਦੀ ਜਾਏ, ਉਸ ਵਕਤ ਉਹ ਇਕੱਲਾ ਹੋਵੇ। ਉਹ ਨਹੀਂ ਚਾਹੁੰਦਾ ਸੀ ਦੂਜਿਆਂ ਨੂੰ ਉਹਦੇ ਵਰਤਾਰੇ ਬਾਰੇ ਜਾਣਕਾਰੀ ਹੋਵੇ। ਜਦ ਖੂਬ ਚੰਦ ਨੇ ਇਸ਼ਾਰਾ ਕੀਤਾ, ਜਿਹੜੇ ਲੋਕ ਲਾਚੀ ਨੂੰ ਉਹਦੇ ਕਮਰੇ 'ਚ ਲਿਆਏ ਸੀ ਉਹਨੂੰ ਇਕੱਲੀ ਛੱਡ ਕੇ ਬਾਹਰ ਚਲੇ ਗਏ। ਜਦ ਲਾਚੀ ਅੰਦਰ ਆਈ, ਖੂਬ ਚੰਦ ਦਾ ਹੱਥ ਆਪ ਮੁਹਾਰੇ ਅੱਖਾਂ ਤੇ ਰੱਖਿਆ ਗਿਆ, ਜਿਵੇਂ ਉਹਦੀਆਂ ਅੱਖਾਂ ਇਹ ਮੰਜ਼ਰ ਵੇਖਣਾ ਨਾ ਚਾਹੁੰਦੀਆਂ ਹੋਣ। ਪਰ ਉਹ ਇਸ ਮੁਲਾਕਾਤ ਦੇ ਦੌਰਾਨ ਪੂਰਾ ਸਮਾਂ ਆਪਣੀਆਂ ਅੱਖਾਂ ਬੰਦ ਨਹੀਂ ਰੱਖ ਸਕਦਾ ਸੀ, ਇਸ ਲਈ ਲਾਚੀ ਨੂੰ ਵੇਖਣਾ ਹੀ ਪਿਆ। ਪਹਿਲੀ ਤੱਕਣੀ 'ਚ ਲਾਚੀ ਦੀ ਬਦਸੂਰਤੀ ਕਿਸੇ ਬਰਛੀ ਵਾਂਗ ਉਹਦੇ ਦਿਲ 'ਚ ਖੁੱਭ ਗਈ। ਕਿੱਥੇ ਸੀ ਉਹ ਖੂਬਸੂਰਤੀ ਜਿਹਨੂੰ ਲੈ ਕੇ ਉਹ ਪੈਰਿਸ ਜਾ ਰਿਹਾ ਸੀ? ਉਹ ਫੁੱਲ ਵਾਂਗ ਖਿੜੀ, ਜ਼ਿੰਦਗੀ ਵਰਗੀ ਖੁਸ਼ ਮਿਜਾਜ਼ ਖੂਬਸੂਰਤੀ, ਜਿਸ ਦੀ ਤਸਵੀਰ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਉਹਨੇ ਆਪਣੇ ਹੱਥੀਂ ਬਣਾਈ ਸੀ। ਕੀ ਇਹੋ ਉਹ ਲਾਚੀ ਹੈ ਜਿਹਨੇ ਉਹਦੇ ਜਜ਼ਬਾਤ 'ਚ ਹਲਚਲ ਮਚਾਤੀ ਸੀ, ਜਿਹਦੇ ਖਿਆਲ ਨੇ ਉਹਦੀਆਂ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ, ਜਿਹਦੇ ਕਦਮਾਂ ਤੇ ਸਿਰ ਰੱਖ ਦੇਣ ਲਈ ਉਹ ਬੇਕਰਾਰ ਹੋ ਉੱਠਿਆ ਸੀ? ਇੱਕ ਰੂਪ, ਭੈੜਾ ਸਰੀਰ, ਇਹ ਖੌਫਨਾਕ ਚਿਹਰਾ, ਫਟੇ ਹੋਏ ਬੁੱਲ, ਮੁੜੀ ਹੋਈ ਠੋਡੀ, ਦੱਬਿਆ ਹੋਇਆ ਨੱਕ ਤੇ ਹਨੇਰਿਆਂ 'ਚ ਚਮਕਦੀਆਂ ਹੋਈਆਂ ਬੇਨੂਰ ਅੱਖਾਂ। ਕੀ ਇਹੋ ਲਾਚੀ ਹੈ? ਇਹ ਮੇਰੇ ਖੁਦਾ! ਸੁਪਰੀਟਾਨ, ਲਾਚੀ ਹੌਲੀ ਜੀ ਬੋਲੀ। ਮੇਰੇ ਨਾਲ ਗੱਲ ਵੀ ਨਹੀਂ ਕਰੋਗੇ? ਨਹੀਂ ਲਾਚੀ, ਖੂਬ ਚੰਦ ਘਬਰਾਇਆ ਬੋਲਿਆ। ਇਹ ਗੱਲ ਨਹੀਂ ਹੈ, ਮੈਨੂੰ ਬਹੁਤ ਧੱਕਾ ਜਿਹਾ ਲੱਗਾ। ਮੈਂ ਬਹੁਤ ਬਦਸੂਰਤ ਹੋ ਗਈ ਹਾਂ ਨਾ? ਲਾਚੀ ਨੇ ਖੂਬ ਚੰਦ ਨੂੰ ਪੁੱਛਿਆ। ਇਸ ਸਵਾਲ ਨਾਲ ਹੋਰ ਵੀ ਘਬਰਾ ਗਿਆ। ਫੌਰਨ ਹੀ ਇਨਕਾਰ ਕਰਦਾ ਬੋਲਿਆ, ਨਹੀਂ ਲਾਚੀ, ਇਹ ਗੱਲ ਨਹੀਂ ਹੈ। ਤੂੰ ਇਸ ਕੁਰਸੀ ਤੇ ਬੈਠ। ਖੂਬ ਚੰਦ ਨੇ ਹੱਥ ਦਾ ਸਹਾਰਾ ਦੇ ਕੇ ਲਾਚੀ ਨੂੰ ਕੁਰਸੀ ਤੇ ਬਿਠਾਉਣਾ ਚਾਹਿਆ, ਪਰ ਲਾਚੀ ਨਹੀਂ ਬੈਠੀ ਤੇ ਬੋਲੀ, ਮੈਂ ਤਾਂ ਤੁਹਾਡੀ ਕੈਦੀ ਹਾਂ ਸੁਪਰੀਟਾਨ, ਮੈਂ ਤੁਹਾਡੇ ਸਾਹਮਣੇ ਕਿਵੇਂ ਬੈਠ ਸਕਦੀ ਹਾਂ? ਹਸਪਤਾਲ 'ਚ ਤੈਨੂੰ ਕੋਈ ਤਕਲੀਫ ਤਾਂ ਨਹੀਂ ਹੋਈ? ਖੂਬ ਚੰਦ ਛੇਤੀ ਬੋਲਣ ਲੱਗਿਆ। ਮੈਂ ਤੈਨੂੰ ਆਪ ਵੇਖਣ ਲਈ ਆਉਣਾ ਚਾਹੁੰਦਾ ਸੀ, ਪਰ ਜੇਲ੍ਹ 'ਚ ਕੰਮ ਇੰਨਾ ਵੱਧ ਗਿਆ ਕਿ ਬਿਲਕੁਲ ਵੀ ਵੇਲ ਨਹੀਂ ਮਿਲਦੀ। ਪਰ ਦਿਲ 'ਚ ਸਦਾ ਤੈਨੂੰ ਯਾਦ ਕਰਦਾ ਸੀ। ਇੱਥੇ ਜੇਲ੍ਹ 'ਚ ਹਰ ਸ਼ਖਸ ਤੇਰੇ ਉੱਚੇ ਕਿਰਦਾਰ ਤੇ ਉੱਚੇ ਚਰਿੱਤਰ ਤੇ ਬੁਲੰਦ ਸੀਰਤ। ਸੁਪਰੀਟਾਨ, ਲਾਚੀ ਨੇ ਖੂਬ ਚੰਦ ਦੀਆਂ ਇਹਨਾਂ ਹਮਦਰਦੀ ਭਰੀਆਂ ਗੱਲਾਂ ਨੂੰ ਵਿੱਚ ਹੀ ਟੋਕ ਦਿੱਤਾ, ਕਿਉਂਕਿ ਆਖਿਰ ਇਹਨਾਂ ਗੱਲਾਂ ਦਾ ਮਤਲਬ ਹੀ ਕੀ ਸੀ? ਮੈਨੂੰ ਪੈਰਿਸ ਲੈ ਚੱਲੋਗੇ ਨਾ? ਪੈਰਿਸ? ਓ ਪੈਰਿਸ? ਹਾਂ। ਖੂਬ ਚੰਦ ਖਚਰੀ ਜੀ ਹੱਸਿਆ। ਹਾਂ, ਤੇ ਸਿਰਫ ਮੇਰੀ ਤਸਵੀਰ ਬਣਾਇਆ ਕਰੋਗੇ ਨਾ? ਕਿਉਂਕਿ ਕਦੇ-ਕਦੇ ਇੱਕ ਸ਼ਖਸੀਅਤ ਇੱਕ ਸਮੁੰਦਰ ਹੋ ਜਾਂਦੀ ਹੈ ਤੇ ਮੈਂ ਵੀ ਤਾਂ ਇੱਕ ਸਮੁੰਦਰ ਹਾਂ। ਕੀ ਹੋਇਆ ਜੇਕਰ ਮੇਰੇ 'ਚ ਥੋੜਾ ਜਿਹਾ ਕੂੜਾ ਕਰਕਟ ਆ ਮਿਲਿਆ? ਸਮੁੰਦਰ ਵਿੱਚ ਤਾਂ ਸੈਂਕੜੇ ਹਜ਼ਾਰਾਂ ਟਨ ਇਨਸਾਨੀ ਗੰਦਗੀ ਦਰਿਆਵਾਂ ਦੇ ਜ਼ਰੀਏ ਆ ਕੇ ਘੁਲ ਜਾਂਦੀ ਹੈ ਨਾ? ਲਾਚੀ ਦੀ ਆਵਾਜ਼ 'ਚ ਬਹੁਤ ਨਾਰਾਜ਼ਗੀ ਸੀ। ਲਾਚੀ ਸੁਣ ਲਾਚੀ, ਤੇਰੇ ਲਈ ਖੁਸ਼ਖਬਰੀ ਹੈ। ਇੱਕਦਮ ਲਾਚੀ ਦਾ ਦਿਲ ਬੈਠਣ ਲੱਗਾ। ਗੁੱਲ ਵਾਪਸ ਆ ਗਿਆ। ਜ਼ਰੂਰ ਗੁੱਲ ਵਾਪਸ ਆ ਗਿਆ। ਲਾਚੀ ਦੀਆਂ ਲੱਤਾਂ ਕੰਬਣ ਲੱਗੀਆਂ। ਹੁਣ ਉਹ ਖੜੀ ਨਹੀਂ ਸੀ ਹੋ ਸਕਦੀ। ਕੁਰਸੀ ਦੀ ਬਾਂਹ ਦਾ ਸਹਾਰਾ ਲੈ ਕੇ ਇੱਕਦਮ ਉਹ ਬੈਠ ਗਈ ਤੇ ਬਹੁਤ ਦਬੀ ਆਵਾਜ਼ 'ਚ ਬੋਲੀ, ਗੁੱਲ ਮੁੜ ਆਇਆ? ਉਹਦੀ ਚਿੱਠੀ ਆਈ ਹੈ। ਨਹੀਂ, ਖੂਬ ਚੰਦ ਨੇ ਮੇਜ਼ ਦੀ ਦਰਾਜ਼ 'ਚੋਂ ਇੱਕ ਫਾਈਲ ਕੱਢਦਿਆਂ ਕਿਹਾ। ਇਹਨੂੰ ਸੁਣ ਕੇ ਜਿਵੇਂ ਲਾਚੀ ਦੇ ਰੁਕੇ ਸਾਹ ਫੇਰ ਚੱਲਣ ਲੱਗੇ। ਰਗਾਂ 'ਚ ਫੇਰ ਤੋਂ ਖੂਨ ਦੌਰਾ ਕਰਨ ਲੱਗਿਆ ਤੇ ਉਹ ਡਰ ਤੇ ਵਹਿਸ਼ਤ ਜਿਹਨੇ ਉਹਦੇ ਗਲ ਨੂੰ ਫਾੜ ਲਿਆ ਸੀ ਖੁਦ ਬਖੁਦ ਹੀ ਦੂਰ ਹੋ ਗਈ। ਗੌਰਮੈਂਟ ਨੇ ਮੇਰੀ ਸਿਫਾਰਿਸ਼ ਤੇ ਤੇਰੇ ਵਧੀਆ ਚਾਲ ਚੱਲਣ ਤੇ ਤੇਰੇ ਜੇਲ੍ਹ ਦੇ ਰਿਕਾਰਡ ਨੂੰ ਦੇਖਦੇ ਹੋਏ ਤੇਰੀ ਬਾਕੀ ਸਜ਼ਾ ਮਾਫ ਕਰਤੀ ਹੈ।
ਅੱਜ ਤੋਂ ਤੂੰ ਆਜ਼ਾਦ ਹੈ, ਜਿੱਥੇ ਚਾਹੇ ਜਾ ਸਕਦੀ ਹੈ, ਜਿੱਥੇ ਚਾਹਾਂ ਜਾ ਸਕਦੀ ਹਾਂ। ਇਹ ਅਲਫਾਜ਼ ਤੀਰ ਵਾਂਗ ਲਾਚੀ ਦੇ ਸੀਨੇ 'ਚ ਧਸ ਗਏ। ਕਦੇ ਉਹਨੇ ਸੋਚਿਆ ਸੀ ਜੇਲ੍ਹ ਤੋਂ ਆਜ਼ਾਦ ਹੋ ਕੇ ਉਹ ਆਪਣੇ ਗੁੱਲ ਦੇ ਮੁਲਕ ਜਾਏਗੀ ਤੇ ਉਹਨੂੰ ਲੱਭ ਲਏਗੀ। ਪੈਦਲ ਚਲਦਿਆਂ ਮੰਜ਼ਿਲ ਠਹਿਰ ਕੇ ਇੱਕ ਦਿਨ ਮਿੱਥੇ ਹੋਏ ਅਨਮੋਲ ਮੋਤੀ ਨੂੰ ਪਾ ਲਏਗੀ। ਪਰ ਜਦ ਤਾਂ ਉਹਦੀਆਂ ਅੱਖਾਂ ਸਨ, ਉਹ ਅੱਖਾਂ ਜੋ ਕਰੋੜਾਂ ਇਨਸਾਨਾਂ ਦੇ ਚਿਹਰਿਆਂ 'ਚੋਂ ਆਪਣੇ ਮਹਿਬੂਬ ਦਾ ਚਿਹਰਾ ਲੱਭ ਸਕਦੀ ਸੀ। ਹੁਣ ਉਹ ਇੰਨੇ ਵੱਡੇ ਬੇਕਿਨਾਰਾ ਹਨੇਰੇ 'ਚ ਖੋ ਕੇ ਕਿਵੇਂ ਆਪਣੇ ਗੁੱਲ ਨੂੰ ਲੱਭ ਸਕਦੀ ਹੈ? ਕੁਦਰਤ ਉਹ ਤੋਂ ਸਭ ਕੁਝ ਲੈ ਲੈਂਦੀ, ਪਰ ਅੱਖਾਂ ਤਾਂ ਰਹਿਣ ਦਿੰਦੀ। ਅੱਖਾਂ ਜੋ ਮਹਿਬੂਬ ਨੂੰ ਵੇਖਣ ਲਈ ਹੁੰਦੀਆਂ। ਹੁਣ ਤੂੰ ਕਿੱਥੇ ਜਾਏਂਗੀ ਲਾਚੀ? ਖੂਬ ਚੰਦ ਨੇ ਸਵਾਲ ਕੀਤਾ ਤੇ ਲਾਚੀ ਦੇ ਖਿਆਲਾਂ ਦਾ ਸਿਲਸਿਲਾ ਟੁੱਟ ਗਿਆ। ਲਾਚੀ ਨੇ ਆਪਣੇ ਆਪ ਨੂੰ ਪੁੱਛਿਆ, ਹੁਣ ਤੂੰ ਕਿੱਥੇ ਜਾਏਂਗੀ ਲਾਚੀ? ਇਹ ਜੇਲ੍ਹ ਦੀ ਚਾਰਦੀਵਾਰੀ ਜੋ ਇੱਕ ਬੇਬਸ ਅੰਨੀ ਲਈ ਕੁਝ ਮਹੀਨੇ ਰਹਿਣ ਦਾ ਸਹਾਰਾ ਤਾਂ ਸਾਬਤ ਹੁੰਦੀ, ਉਹ ਵੀ ਇਹਨਾਂ ਲੋਕਾਂ ਨੇ ਤੇਰੇ ਕੋਲੋਂ ਖੋਹ ਲਈ। ਹੁਣ ਤੂੰ ਕਿੱਥੇ ਜਾਏਂਗੀ? ਜਿਹਦੇ ਲਈ ਤੈਂ ਕਬੀਲਾ ਛੱਡਿਆ ਤੇ ਜਿਹਦੇ ਲਈ ਕਬੀਲੇ ਨੇ ਤੈਨੂੰ ਛੱਡ ਦਿੱਤਾ, ਉਹ ਵੀ ਤਾਂ ਇੱਥੇ ਮੌਜੂਦ ਨਹੀਂ ਹੈ। ਨਹੀਂ ਤਾਂ ਲੱਭ ਲੈ, ਇਹ ਦੁਨੀਆ ਬਹੁਤ ਵੱਡੀ ਹੈ, ਕਿਤੇ ਨਾ ਕਿਤੇ ਤੈਨੂੰ ਵੀ ਸਹਾਰਾ ਮਿਲ ਜਾਏਗਾ। ਖਿਆਲਾਂ ਨੂੰ ਚਾਰੇ ਪਾਸੇ ਜਾਣ ਤੇ ਕੀ ਤੇਰਾ ਇੱਥੇ ਕੋਈ ਨਹੀਂ ਹੈ? ਲਾਚੀ ਨੇ ਆਪਣੇ ਦਿਮਾਗ ਚਾਰੇ ਪਾਸੇ ਲੜਾਇਆ, ਪਰ ਹੁਣ ਉਹ ਅੰਨੀ ਹੋ ਚੁੱਕੀ ਸੀ, ਕੁਝ ਦੇਖ ਨਹੀਂ ਸਕਦੀ ਸੀ। ਫਿਰ ਉਹ ਹੌਲੀ ਜੀ ਬੋਲੀ, ਮੈਨੂੰ ਜੇਲ੍ਹ ਖਾਨੇ ਦੇ ਬਾਹਰ ਛੱਡ ਦਿਓ, ਜਿੱਥੇ ਜਾਣਾ ਚਾਹਾਂਗੀ ਆਪੇ ਚਲੀ ਜਾਵਾਂਗੀ। ਖੂਬ ਚੰਦ ਨੇ ਛੇਤੀ ਨਾਲ ਘੰਟੀ ਵਜਾਈ। ਇੱਕ ਮੁਲਾਜ਼ਮ ਅੰਦਰ ਆਇਆ। ਖੂਬ ਚੰਦ ਨੇ ਕਿਹਾ, ਲਾਚੀ ਨੂੰ ਕਾਲੀ ਚਰਨ ਸਾਹਿਬ ਦੇ ਦਫ਼ਤਰ ਲੈ ਜਾਓ, ਉਹ ਸਾਰੇ ਜ਼ਰੂਰੀ ਕਾਗਜ਼ਾਤ ਵੇਖ ਕੇ ਇਹਨੂੰ ਰਿਹਾ ਕਰ ਦੇਣਗੇ। ਮੁਲਾਜ਼ਮ ਲਾਚੀ ਨੂੰ ਸਹਾਰਾ ਦੇ ਕੇ ਖੂਬ ਚੰਦ ਦੇ ਦਫ਼ਤਰ ਤੋਂ ਬਾਹਰ ਲੈ ਗਿਆ। ਖੂਬ ਚੰਦ ਰੁਮਾਲ ਨਾਲ ਆਪਣੇ ਮੱਥੇ ਤੋਂ ਮੁੜਕਾ ਸਾਫ਼ ਕਰਨ ਲੱਗਿਆ। ਦਿਲ 'ਚ ਉਹਨੇ ਖੁਦਾ ਦਾ ਸ਼ੁਕਰ ਕੀਤਾ। ਜ਼ਿਆਦਾ ਬਹਿਸ ਵੀ ਨਹੀਂ ਹੋਈ ਤੇ ਮਾਮਲਾ ਸੁਲਝ ਗਿਆ। ਕਾਲੀ ਚਰਨ ਦਾ ਦਫ਼ਤਰ ਲੋਕਾਂ ਨਾਲ ਖਚ ਭਰਿਆ ਹੋਇਆ ਸੀ। ਜੇਲ੍ਹ ਦੀਆਂ 3 ਔਰਤਾਂ, ਜੀਨਾ ਬਾਈ, ਮੀਰ ਚੰਦਾਨੀ ਤੇ ਹਾਜੀ ਅਬਦੁਲ ਸਲਾਮ ਸਭ ਮੌਜੂਦ ਸਨ ਤੇ ਹੈਰਾਨੀ, ਹਮਦਰਦੀ, ਅਫਸੋਸ ਤੇ ਮਜ਼ਾਕ ਦੇ ਮਿਲੇ ਜੁਲੇ ਜਜ਼ਬਾਤ ਨਾਲ ਲਾਚੀ ਨੂੰ ਵੇਖ ਰਹੇ ਸੀ। ਪਰ ਸਭ ਚੁੱਪ ਸਨ। ਲਾਚੀ ਦੀ ਖੂਬਸੂਰਤੀ ਨੇ ਜਿਸ ਤਰ੍ਹਾਂ ਉਹਨਾਂ ਦੇ ਜਜ਼ਬਾਤ ਨੂੰ ਨਜ਼ਰਅੰਦਾਜ਼ ਕੀਤਾ, ਉਹਦੀ ਬਦਸੂਰਤੀ ਨੇ ਉਸੇ ਤਰ੍ਹਾਂ ਉਹਨਾਂ ਦੇ ਜਜ਼ਬਾਤ ਨੂੰ ਠੰਡ ਪਹੁੰਚਾਈ ਸੀ। ਜੇ ਉਸ ਵਕਤ ਉਹ ਇਹ ਸੋਚਦੇ ਕਿ ਅਜਿਹੀ ਖੂਬਸੂਰਤੀ ਮੁਮਕਿਨ ਨਹੀਂ ਹੈ, ਤੇ ਇਸ ਵਕਤ ਉਹਨਾਂ ਦਾ ਖਿਆਲ ਸੀ ਕਿ ਅਜਿਹੀ ਬਦਸੂਰਤੀ ਕਿਵੇਂ ਮੁਮਕਿਨ ਹੋ ਸਕਦੀ ਹੈ। ਕਾਲੀ ਚਰਨ ਨੇ ਤਮਾਮ ਕਾਗਜ਼ਾਤ ਤੇ ਲਾਚੀ ਦਾ ਅੰਗੂਠਾ ਲਗਵਾਇਆ। ਹੁਣ ਉਹਦੀ ਰਿਹਾਈ ਦਾ ਵਕਤ ਆ ਗਿਆ ਸੀ। ਲਾਚੀ ਬੋਲੀ, ਹਾਜੀ ਜੀ ਇੱਥੇ ਹਨ? ਹਾਂ, ਮੌਜੂਦ ਨੇ, ਕਾਲੀ ਚਰਨ ਬੋਲਿਆ। ਤੇ ਮੀਰ ਚੰਦਾਨੀ? ਉਹ ਵੀ ਨੇ। ਕਿਉਂ? ਕਾਲੀ ਚਰਨ ਨੇ ਪੁੱਛਿਆ। ਲਾਚੀ ਨੇ ਕਿਹਾ, ਇੱਕ ਵਾਰ ਇਹਨਾਂ ਨੇ ਜੀਨਾ ਬਾਈ ਦੇ ਜ਼ਰੀਏ ਮੈਨੂੰ ਸੁਨੇਹਾ ਭਿਜਵਾਇਆ ਸੀ ਕਿ ਮੇਰੀ ਆਬਰੂ ਲੈਣ ਦੇ ਇਵਜ਼ ਵਿੱਚ 50,000 ਰੁਪਏ ਦੇਣਗੇ। ਮੈਂ ਬਦਸੂਰਤ ਜ਼ਰੂਰ ਹੋ ਚੁੱਕੀ ਹਾਂ, ਪਰ ਮੇਰੀ ਆਬਰੂ ਸਲਾਮਤ ਹੈ। ਦਫ਼ਤਰ 'ਚ ਚੁੱਪ ਛਾ ਗਈ। ਲਾਚੀ ਨੇ ਆਪਣੀਆਂ ਅੰਨੀਆਂ ਅੱਖਾਂ ਝਪਕੀਆਂ ਤੇ ਹਾਜੀ ਤੇ ਮੀਰ ਚੰਦਾਨੀ ਵੱਲ ਮੁੜ ਕੇ ਬੋਲੀ, ਅੱਜ ਬੋਲੀ ਹੋ ਜਾਏ, ਆਓ ਅੱਜ ਲਾਚੀ ਦੀ ਆਬਰੂ ਨੂੰ ਕਰੀਏ। ਬੋਲੇ ਹਾਜੀ, ਬੋਲੋ ਮੀਰ ਚੰਦਾਨੀ, 50,000 ਦੇਣ ਵਾਲੇ ਹੋ, ਅੱਜ 5 ਰੁਪਏ ਤੋਂ ਹੀ ਸ਼ੁਰੂ ਕਰੋ। 5 ਰੁਪਏ ਇੱਕ, 5 ਰੁਪਏ ਇੱਕ, 5 ਰੁਪਏ 2 ਹੈ। ਅੱਜ ਕੋਈ ਵੀ ਬੋਲੀ ਨਹੀਂ ਲਾਏਗਾ। ਸਭ ਚੁੱਪ ਬੈਠੇ ਰਹੇ। ਇੱਕਦਮ ਲਾਚੀ ਉੱਚੀ ਉੱਚੀ ਹੱਸਣ ਲੱਗੀ। ਜ਼ਹਿਰੀ ਹਾਸੀ ਦਾ ਇੱਕ ਗੁਬਾਰ ਜਿਹਾ ਸੀ, ਜਿਸ ਨਾਲ ਉਹਦਾ ਕਮਜ਼ੋਰ ਤੇ ਪਤਲਾ ਜਿਸਮ ਡਿੱਕੋ ਡੋਲੇ ਖਾਂਦਾ ਸੀ। ਸਭ ਚੁੱਪ ਰਹੇ। ਕਾਲੀ ਚਰਨ ਨੇ ਇਸ਼ਾਰਾ ਕੀਤਾ ਤੇ 2 ਵਾਰਡਨ ਉਹਨੂੰ ਬਾਹਾਂ ਤੋਂ ਫੜ ਕੇ ਜੇਲ੍ਹ ਤੋਂ ਬਾਹਰ ਛੱਡ ਆਏ। ਬਾਹਰ ਦੀ ਦੁਨੀਆ ਵੀ ਓਨੀ ਕਾਲੀ ਸੀ ਜਿੰਨੀ ਜੇਲ੍ਹ ਦੇ ਅੰਦਰਲੀ ਅਸਲੀ ਦੁਨੀਆ। ਅਸਲੀ ਦੁਨੀਆ 'ਚ ਲਾਚੀ ਅਜੇ ਆਪਣੇ ਅੰਨੇਪਨ ਤੋਂ ਚੰਗੀ ਤਰ੍ਹਾਂ ਵਾਕਿਫ ਨਹੀਂ ਹੋਈ ਸੀ। ਜਦੋਂ ਜੇਲ੍ਹ ਤੋਂ ਬਾਹਰ ਨਿਕਲੀ ਤਾਂ ਉਹਦੀਆਂ ਅੱਖਾਂ ਆਪ ਮੁਹਾਰੇ ਅਸਮਾਨ ਵੱਲ ਉੱਠੀਆਂ। ਉਹਦਾ ਖਿਆਲ ਸੀ ਉਹ ਖੁੱਲ੍ਹਾ ਨੀਲਾ ਅਸਮਾਨ ਦੇਖੇਗੀ, ਰੌਸ਼ਨ ਚਮਕਦਾਰ ਧੁੱਪ ਦੇਖੇਗੀ, ਸਫੈਦ ਬੱਦਲਾਂ ਨੂੰ ਪਵਿੱਤਰ ਚਾਹਤਾਂ ਵਾਂਗ ਲਹਿਲਾਉਂਦੇ ਵੇਖੇਗੀ। ਉਹਨੂੰ ਲੋਕ ਨਜ਼ਰ ਆਉਣਗੇ, ਮੋਟਰ ਗੱਡੀਆਂ, ਸੜਕ ਦੇ ਖੰਭੇ, ਖੂਬਸੂਰਤ ਸਾੜੀਆਂ, ਦਿਲਕਸ਼ ਬੱਚੇ ਰੰਗੀਨ ਗੁਬਾਰੇ ਉਡਾਉਂਦੇ ਹੋਏ, ਇੱਕ ਦੂਜੇ ਦੇ ਪਿੱਛੇ ਭੱਜਦੇ ਹੋਏ, ਖੁਸ਼ੀ 'ਚ ਧੁੰਮਾਂ ਪਾਉਂਦੇ ਹੋਏ। ਇੱਕ ਪਲ ਲਈ ਜੇਲ੍ਹ ਤੋਂ ਬਾਹਰ ਨਿਕਲਦੇ ਹੋਏ ਉਹਦੇ ਦਿਲ 'ਚ ਇਹ ਸਭ ਤਸਵੀਰਾਂ ਆਈਆਂ ਸੀ। ਪਰ ਦੂਜੇ ਹੀ ਪਲ ਉਹਨੂੰ ਅਸਮਾਨ ਕਾਲਾ ਦਿਸਿਆ, ਜ਼ਮੀਨ ਵੀ ਕਾਲੀ। ਉਹਨੂੰ ਦੁਮੇਲ ਤੋਂ ਦੁਮੇਲ ਤੱਕ ਇੱਕ ਸੰਘਣੀ ਚਾਦਰ ਤਣੀ ਹੋਈ ਨਜ਼ਰ ਆਈ। ਉਹਦੇ ਸਬਰ ਦਾ ਬੰਨ ਟੁੱਟ ਗਿਆ। ਉੱਥੇ ਜੇਲ੍ਹ ਦੇ ਬਾਹਰ ਫੁੱਟਪਾਥ ਤੇ ਗਿਰ ਗਈ ਤੇ ਤਾਹਾਂ ਮਾਰ ਕੇ ਰੋਣ ਲੱਗੀ। ਜ਼ਮੀਨ ਦੀ ਮਿੱਟੀ ਉਹਦੀਆਂ ਅੱਖਾਂ 'ਚ ਸੀ, ਉਹਦੇ ਬੁੱਲ੍ਹਾਂ ਤੇ ਸੀ। ਉਹਦੀਆਂ ਅੰਨੀਆਂ ਅੱਖਾਂ ਦੀ ਬੇਬਸੀ ਤੇ ਉਹਦੇ ਬੇਕਰਾਰ ਦਿਲ ਦਾ ਲਹੂ ਹੰਝੂਆਂ ਦੀ ਸ਼ਕਲ 'ਚ ਵਹਿ ਕੇ ਧਰਤੀ 'ਚ ਜਜ਼ਬ ਹੋ ਰਿਹਾ ਸੀ। ਪਰ ਮੁਸੀਬਤ ਇਹ ਕਿ ਹੰਝੂ ਸਿਰਫ ਹੰਝੂ ਹੈ, ਪਾਣੀ ਨਹੀਂ ਹੈ। ਪਾਣੀ ਨਾਲ ਧਰਤੀ 'ਚ ਲੁਕਿਆ ਹੋਇਆ ਬੀਜ ਫੁੱਟ ਕੇ ਉੱਭਰ ਆਉਂਦਾ ਹੈ, ਪਰ ਹੰਝੂ ਨਾਲ ਦਿਲ ਦਾ ਗਮ ਵੀ ਨਹੀਂ ਉੱਭਰਦਾ। ਨਹੀਂ ਤਾਂ ਅੱਜ ਇਸ ਜ਼ਮੀਨ ਦੀ ਸਤ੍ਹਾ ਤੇ ਥਾਂ ਗਮ ਦੇ ਬੂਟੇ ਉੱਗਦੇ ਤੇ ਚੱਪੇ ਤੇ ਇਨਸਾਨ ਦੇ ਜ਼ੁਲਮ ਦੀ ਦੁਹਾਈ ਦਿੰਦੇ। ਅਧਿਆਇ 17ਵਾਂ। ਸਟੇਸ਼ਨ ਯਾਰਡ 'ਚ ਹੰਗਾਮਾ ਸੀ। ਰਸਿਕ ਲਾਲ ਆਪਣੀ ਢਿੱਲੀ ਪਗੜੀ ਸੰਭਾਲਦਾ ਹੋਇਆ ਇੱਧਰ ਉੱਧਰ ਭੱਜ ਰਿਹਾ ਸੀ।
ਸਟੇਸ਼ਨ ਤੋਂ ਅੱਗੋਂ ਦੀ ਲਾਈਨ ਖਰਾਬ ਹੋ ਚੁੱਕੀ ਸੀ, ਇਸ ਲਈ ਫਰੰਟੀਅਰ ਮੇਲ ਦਿੱਲੀ ਤੋਂ ਆਉਂਦੇ ਹੋਏ ਸਟੇਸ਼ਨ ਤੇ ਕੁਝ ਘੰਟਿਆਂ ਲਈ ਰੁਕਣ ਵਾਲੀ ਸੀ। ਅੱਜ ਤੱਕ ਫਰੰਟੀਅਰ ਮੇਲ ਵਰਗੀ ਸ਼ਾਨਦਾਰ ਗੱਡੀ ਕਦੇ ਸਟੇਸ਼ਨ ਉੱਤੇ ਖੜੀ ਨਹੀਂ ਸੀ। ਰਸਿਕ ਲਾਲ ਬਹੁਤ ਖੁਸ਼ ਸੀ, ਕੁਝ ਘਬਰਾਇਆ ਹੋਇਆ ਵੀ ਸੀ। ਕੁਲੀ, ਕਾਂਟੇ ਵਾਲੇ, ਸਿਗਨਲਮੈਨ, ਯਾਰਡ ਸੰਤਰੀ ਸਭ ਦੀ ਸ਼ਾਮਤ ਲਿਆਂਦੀ ਪਈ ਸੀ। ਇਉਂ ਲੱਗਦਾ ਸੀ ਜਿਵੇਂ ਫਰੰਟੀਅਰ ਮੇਲ ਨਹੀਂ, ਗਵਰਨਰ ਸਾਹਿਬ ਸਟੇਸ਼ਨ ਤੇ ਰੁਕਣ ਦੇ ਇਰਾਦੇ ਨਾਲ ਆ ਰਹੇ ਹਨ। ਸਟੇਸ਼ਨ ਦੇ ਬਾਹਰ ਮਾਧੋ ਫਰੂਟ ਵਾਲਾ ਤੇ ਹਮੀਦਾ ਟੈਕਸੀ ਡਰਾਈਵਰ ਦਾ ਚੌਧਰੀ ਬੇਹੱਦ ਖੁਸ਼ ਸੀ। ਅੱਜ ਗਾਹਕੀ ਵੱਧ ਜਾਏਗੀ, ਇਸ ਲਈ ਫਰੂਟ ਤੇ ਟੈਕਸੀ ਦੋਵਾਂ ਦੇ ਭਾਅ ਵੀ ਵੱਧ ਜਾਣਗੇ। ਪ੍ਰਾਈਵੇਟ ਟੈਕਸੀਆਂ ਦਾ ਧੰਦਾ ਵੀ ਚਮਕ ਜਾਊਗਾ, ਕਿਉਂਕਿ ਬਹੁਤ ਸਾਰੇ ਲੋਕ ਫਰੰਟੀਅਰ ਮੇਲ ਦੇ ਰੁਕੇ ਰਹਿਣ ਦੀ ਉਡੀਕ ਨਹੀਂ ਕਰ ਸਕਣਗੇ ਤੇ ਇੱਥੋਂ ਹੀ ਟੈਕਸੀ ਲੈ ਕੇ ਤੇ ਬੱਚਿਆਂ ਲਈ ਫਲ ਖਰੀਦ ਕੇ ਸ਼ਹਿਰ ਨੂੰ ਚੱਲ ਪੈਣਗੇ। ਮਾਧੋ ਲਾਲ ਛੇਤੀ ਫਲਾਂ ਤੇ ਆਪਣਾ ਗੰਦਾ ਰੁਮਾਲ ਘਸਾ ਕੇ ਉਹਨਾਂ ਨੂੰ ਜੁੱਤੀਆਂ ਵਾਂਗ ਚਮਕਾ ਰਿਹਾ ਸੀ। ਟੈਕਸੀ ਵਾਲਿਆਂ ਨੇ ਸਟੇਸ਼ਨ ਦੇ ਬਾਹਰ ਇੱਕ ਪਾਸੇ ਲਾਈਨ ਲਾ ਲਈ ਸੀ, ਦੂਜੇ ਪਾਸੇ ਰੋੜੇ, ਬਜਰੀ, ਛੋਟੇ ਪੱਥਰਾਂ ਦੇ ਢੇਰ ਦੇ ਕੋਲ ਸੜਕ ਕੁੱਟਣ ਵਾਲਾ ਇੰਜਣ ਵੀ ਭਾਫ ਕੱਢ ਰਿਹਾ ਸੀ। ਸੜਕ ਦੀ ਮੁਰੰਮਤ ਜਾਰੀ ਸੀ। ਪਾਣ ਵਾਲੇ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ। ਅੱਜ ਦੇ ਦਿਨਾਂ ਦੀ ਕਸਰ ਪੂਰੀ ਹੋ ਜਾਏਗੀ। ਫਰੰਟੀਅਰ ਮੇਲ ਆ ਗਈ ਤੇ 4 ਨੰਬਰ ਦੇ ਪਲੇਟਫਾਰਮ ਤੇ ਰੁਕ ਵੀ ਗਈ, ਪਰ ਹੰਗਾਮਾ ਕੁਝ ਜ਼ਿਆਦਾ ਨਹੀਂ ਹੋਇਆ। ਮੁਸਾਫਰ ਵੀ ਜ਼ਿਆਦਾ ਨਹੀਂ ਉਤਰੇ, ਕਿਉਂਕਿ ਗੱਡੀ ਦੇ ਰੁਕਦਿਆਂ ਖਬਰ ਆ ਗਈ ਕਿ ਅੱਗੇ ਦਾ ਰਸਤਾ ਸਾਫ਼ ਹੋ ਚੁੱਕਿਆ। ਇਸ ਲਈ ਹੁਣ ਗੱਡੀ ਕੁਝ ਘੰਟੇ ਰੁਕਣ ਦੀ ਬਜਾਏ ਸਿਰਫ ਕੁਝ ਮਿੰਟ ਹੀ ਰੁਕੇਗੀ। ਇਸ ਲਈ ਜਿਹੜੇ ਮੁਸਾਫਰਾਂ ਨੇ ਇੱਥੋਂ ਉਤਰ ਕੇ ਟੈਕਸੀ ਲੈ ਕੇ ਸ਼ਹਿਰ ਜਾਣ ਦਾ ਪ੍ਰੋਗਰਾਮ ਬਣਾਇਆ ਸੀ, ਉਹਨਾਂ ਨੇ ਜਦ ਪਲੇਟਫਾਰਮ ਦੇ ਲਾਊਡ ਸਪੀਕਰ ਤੋਂ ਇਹ ਖੁਸ਼ੀ ਭਰੀ ਖਬਰ ਸੁਣੀ ਤਾਂ ਉਤਰਨ ਦਾ ਇਰਾਦਾ ਮੁਲਤਵੀ ਕਰਕੇ ਗੱਡੀ 'ਚ ਬੈਠੇ ਰਹੇ। ਕੁਲੀ ਤੇ ਪਾਨ ਵਾਲੇ, ਫਰੂਟ ਵਾਲੇ, ਟੈਕਸੀ ਵਾਲੇ ਤੇ ਪ੍ਰਾਈਵੇਟ ਗੱਡੀ ਸਭ ਨਾ ਉਮੀਦ ਲੈ ਕੇ ਮੂੰਹ ਲਟਕਾ ਕੇ ਬੈਠ ਗਏ। ਓਹੋ, ਅਜੇ ਆਪਦੀ ਕਿਸਮਤ ਹੀ ਖਰਾਬ ਹੈ, ਹਮੀਦੇ ਟੈਕਸੀ ਵਾਲੇ ਨੇ ਰੇਲ ਦੀ ਪਟੜੀ ਤੇ ਪਾਨ ਦੀ ਪੀਕ ਜ਼ੋਰ ਨਾਲ ਮਾਰਦਿਆਂ ਕਿਹਾ। ਗੱਡੀ 'ਚੋਂ ਕੁਝ ਕੁ ਮੁਸਾਫਰ ਉਤਰੇ, ਉਹਨਾਂ 'ਚ ਇੱਕ ਗੁੱਲ ਵੀ ਸੀ। ਹਮੀਦੇ ਨੇ ਉਹਨੂੰ ਵੇਖਦਿਆਂ ਹੀ ਪਛਾਣ ਲਿਆ। ਉਹ ਭੱਜ ਕੇ ਗੁੱਲ ਵੱਲ ਵਧਿਆ, ਹੱਥ ਵਧਾ ਕੇ ਉਹਨੇ ਜ਼ੋਰ ਨਾਲ ਮੁਲਾਕਾਤ ਕੀਤੀ। ਮੈਂ ਸਮਝਿਆ ਤੂੰ ਪਾਕਿਸਤਾਨ ਚਲਾ ਗਿਆ, ਕਾਫੀ ਦੇਰ ਤੋਂ ਤੈਨੂੰ ਵੇਖਿਆ ਨਹੀਂ। ਪਿਤਾ ਤਾਂ ਪਾਕਿਸਤਾਨ ਚਲੇ ਗਏ, ਪਰ ਮੈਂ ਦਿੱਲੀ 'ਚ ਸੀ ਤੇ ਇੰਨੇ ਚਿਰਾਂ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਇੱਥੋਂ ਦੀ ਨਾਗਰਿਕਤਾ ਮਿਲ ਜਾਏ। ਤਾਂ ਕੀ ਹੋਇਆ? ਕੋਈ ਸਫਲਤਾ ਹੱਥ ਲੱਗੀ? ਹਾਂ, ਗੁੱਲ ਨੇ ਖੁਸ਼ ਹੋ ਕੇ ਕਿਹਾ, ਮੈਨੂੰ ਇੱਥੋਂ ਦੀ ਨਾਗਰਿਕਤਾ ਮਿਲ ਗਈ ਹੈ। ਲਾਚੀ ਦਾ ਕੀ ਹਾਲ ਹੈ? ਮੈਨੂੰ ਕੀ ਪਤਾ, ਗੁੱਲ ਬੋਲਿਆ। ਦਿੱਲੀ ਤੋਂ ਮੈਂ 3-4 ਚਿੱਠੀਆਂ ਜੇਲ੍ਹ ਦੇ ਪਤੇ ਤੇ ਲਿਖੀਆਂ ਸੀ, ਕਿਸੇ ਦਾ ਜਵਾਬ ਨਹੀਂ ਆਇਆ। ਹੁਣ ਕੱਲ ਜੇਲ੍ਹ ਜਾਵਾਂਗਾ, ਉਹਨੂੰ ਮਿਲਾਂਗਾ। ਹੁਣ ਉਹਦੀ ਸਜ਼ਾ ਤਾਂ ਖਤਮ ਹੋਣ ਵਾਲੀ ਹੈ ਨਾ? ਹਮੀਦੇ ਨੇ ਪੁੱਛਿਆ। ਹਾਂ, ਗੁੱਲ ਖੁਸ਼ ਹੋ ਕੇ ਬੋਲਿਆ, ਸਿਰਫ 4 ਮਹੀਨੇ ਰਹਿ ਗਏ ਨੇ ਮੇਰੇ ਹਿਸਾਬ ਨਾਲ। ਤੇ ਦੋਵੇਂ ਗੱਲਾਂ ਕਰਦੇ ਇਰਾਨੀ ਹੋਟਲ ਦੇ ਕਰੀਬ ਪੁੱਜੇ, ਜਿਹਦਾ ਇੱਕ ਦਰਵਾਜ਼ਾ ਸਟੇਸ਼ਨ ਦੇ ਅੰਦਰ ਸੀ ਤੇ ਦੂਜਾ ਪਾਸਾ ਸਟੇਸ਼ਨ ਦੇ ਬਾਹਰ ਵੀ ਸੀ, ਜਿੱਥੋਂ ਸਟੇਸ਼ਨ ਦੇ ਬਾਹਰ ਦਾ ਸਾਰਾ ਨਜ਼ਾਰਾ ਵਿਖਾਈ ਦਿੰਦਾ ਸੀ। ਆਓ ਚਾਹ ਪੀਓ, ਗੁੱਲ ਨੇ ਹਮੀਦੇ ਨੂੰ ਕਿਹਾ। ਨਹੀਂ, ਮੈਂ ਜ਼ਰਾ ਬਾਹਰ ਜਾਂਦਾ, ਸ਼ਾਇਦ ਕੋਈ ਗਾਹਕ ਮਿਲ ਜਾਏ। ਹਮੀਦੇ ਨੇ ਸਿਰ ਹਿਲਾ ਦਿੱਤਾ ਤੇ ਬਾਹਰ ਚਲਾ ਗਿਆ ਤੇ ਗੁੱਲ ਨੇ ਹੋਟਲ ਦੇ ਅੰਦਰ ਬੈਠ ਕੇ ਚਾਹ ਦਾ ਆਰਡਰ ਦਿੱਤਾ। ਆਪਣੀ ਨਾਗਰਿਕਤਾ ਦੇ ਕਾਗਜ਼ ਕੱਢ ਕੇ ਉਹਨਾਂ ਨੂੰ ਗੌਰ ਨਾਲ ਵੇਖਣ ਲੱਗਿਆ। ਸਟੇਸ਼ਨ ਦੇ ਬਾਹਰ ਸੜਕ ਤੇ ਇੱਕ ਹੰਗਾਮਾ ਹੋ ਗਿਆ ਤੇ ਲੋਕ ਫਰੰਟੀਅਰ ਮੇਲ ਤੋਂ ਉਦਾਸ ਹੋ ਕੇ ਇਸ ਦੂਸਰੇ ਹੰਗਾਮੇ ਨਾਲ ਦਿਲਚਸਪੀ ਦਾ ਇਜ਼ਹਾਰ ਕਰ ਰਹੇ ਸਨ। ਗੱਲ ਆਮ ਸੀ। ਇੱਕ ਅੰਨੀ ਭਿਖਾਰਨ ਭੀਖ ਮੰਗਦੀ ਹੋਈ ਇੱਕ ਮੁਸਾਫਰ ਨਾਲ ਟਕਰਾ ਗਈ ਸੀ ਤੇ ਮੁਸਾਫਰ ਨੇ ਉਹਨੂੰ ਗਾਲ ਕੱਢਤੀ ਸੀ। ਅੰਨੀ ਭਿਖਾਰਨ ਨੇ ਗਾਲ ਖੁਸ਼ੀ ਨਾਲ ਕਬੂਲ ਕਰਨ ਦੀ ਬਜਾਏ ਮੁਸਾਫਰ ਦੀ ਬਾਂਹ ਫੜ ਲਈ ਸੀ ਤੇ ਉਹਦੇ ਮੂੰਹ ਦੇ 2 ਮੁੱਕੇ ਲਾ ਕੇ ਉਹਨੂੰ ਜ਼ਮੀਨ ਤੇ ਸੁੱਟ ਦਿੱਤਾ ਸੀ। ਅਜਿਹੀ ਘਟਨਾ ਅਜੇ ਤੱਕ ਕਿਸੇ ਨੇ ਦੇਖੀ ਸੁਣੀ ਨਹੀਂ ਸੀ, ਇਸ ਲਈ ਸਭ ਲੋਕ ਭਿਖਾਰਨ ਦੇ ਖਿਲਾਫ ਹੋ ਚੁੱਕੇ ਸੀ। ਉਹ ਭਿਖਾਰਨ ਹੈ ਵੀ ਅਜੀਬ ਸੀ। ਉਹਦਾ ਚਿਹਰਾ ਚੇਚਕ ਦੇ ਗੂੜੇ ਦਾਗਾਂ ਨਾਲ ਭਰਿਆ ਹੋਇਆ ਸੀ। ਉਹਦੀ ਸੂਰਤ ਬਹੁਤ ਡਰਾਉਣੀ ਸੀ। ਉਹਦੇ ਕੱਪੜੇ ਮੈਲੇ ਤੇ ਥਾਂ ਤੋਂ ਫਟੇ ਹੋਏ ਸਨ। ਸ਼ਕਲ ਸੂਰਤ ਤੋਂ ਇੱਕ ਭਿਆਨਕ ਡੈਨ ਜਾਂ ਚੁੜੈਲ ਤੋਂ ਘੱਟ ਨਹੀਂ ਸੀ। ਮਾਲ ਜ਼ਾਦੀਏ, ਪੈਸਾ ਨਹੀਂ ਦਿੰਦੇ ਤਾਂ ਜ਼ਬਰਦਸਤੀ ਕਰਦੀ ਏ, ਮੁੱਕਾ ਮਾਰਦੀ ਏ, ਪਰ ਤੂੰ ਮੈਨੂੰ ਗਾਲ ਕਿਉਂ ਕੱਢੀ? ਲਾਚੀ ਜ਼ੋਰ ਨਾਲ ਚੀਕੀ। ਪਤਾ ਨਹੀਂ ਉਹਨੂੰ ਕੀ ਹੋ ਗਿਆ ਸੀ। ਕਈ ਮਹੀਨਿਆਂ ਤੋਂ ਉਹਨੇ ਇੱਧਰ ਗੇੜਾ ਨਹੀਂ ਮਾਰਿਆ ਸੀ। ਉਹ ਹਮੇਸ਼ਾ ਸ਼ਹਿਰ ਦੇ ਦੂਜੇ ਇਲਾਕਿਆਂ 'ਚ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਸੀ। ਉਹਨੇ ਕਦੇ ਵੀ ਸਟੇਸ਼ਨ ਵੱਲ ਗੇੜਾ ਨਹੀਂ ਸੀ ਮਾਰਿਆ, ਜਿੱਥੇ ਕਿਸੇ ਸਮੇਂ ਉਹਦਾ ਕਬੀਲਾ ਰਹਿੰਦਾ ਸੀ, ਜਿੱਥੇ ਉਹਦੇ ਮਹਿਬੂਬ ਦਾ ਪੁਲ ਸੀ, ਜਿਹਦੇ ਸਟੇਸ਼ਨ ਯਾਰਡ ਦੇ ਚੱਪੇ ਤੇ ਉਹਦੇ ਹੁਸਨ ਦੀਆਂ ਕਹਾਣੀਆਂ ਬਣੀਆਂ ਸਨ। ਪਰ ਦਿਲ ਨੂੰ 1000 ਵਾਰ ਸਮਝਾਉਣ ਤੇ ਵੀ ਉਹ ਇੱਧਰ ਆਉਣੋਂ ਨਾ ਰੁਕ ਸਕਦੀ। ਸ਼ਾਇਦ ਉਹਨੂੰ ਆਪਣੇ ਵਤਨ ਦੀ ਮਿੱਟੀ ਬੁਲਾ ਰਹੀ ਸੀ। ਹਾਂ, ਇਹੋ ਸਟੇਸ਼ਨ ਯਾਰਡ ਤਾਂ ਉਹਦਾ ਵਤਨ ਸੀ। ਸ਼ਾਇਦ ਉਦਾਸੀ, ਹਸਰਤਾਂ ਤੇ ਬੀਤੇ ਸਮੇਂ ਦੀਆਂ ਯਾਦਾਂ ਉਹਨੂੰ ਇੱਧਰ ਲੈ ਆਏ ਸਨ। ਕੁਝ ਵੀ ਹੋਵੇ, ਅੱਜ ਉਹ ਇੱਧਰ ਆਈ ਗਈ ਸੀ। ਰਸਤਾ ਪੁੱਛਦਿਆਂ, ਪਥਰੀਲੀਆਂ ਬੇਰਹਿਮ ਸੜਕਾਂ ਲੱਭਦਿਆਂ ਅੱਜ ਆਪਣੇ ਅਤੀਤ ਵੱਲ ਮੁੜ ਆਈ ਸੀ। ਸ਼ਾਇਦ ਇਹ ਧਰਤੀ ਉਹਨੂੰ ਪਛਾਣ ਲਵੇ, ਸ਼ਾਇਦ ਇੱਥੇ ਕੋਈ ਵਧੀਆ ਸਲੂਕ ਦੀ ਚਾਹਤ ਜਾਗ ਪਵੇ। ਸ਼ਾਇਦ ਇਸੇ ਲਈ ਉਹਨੂੰ ਇੰਨਾ ਗੁੱਸਾ ਆਇਆ ਸੀ।
ਉਹਨੂੰ ਮੁਸਾਫਰ ਨੇ ਗਾਲ ਕੱਢੀ ਸੀ, ਪਰ ਉਹ ਤਾਂ ਸਟੇਸ਼ਨ ਯਾਰਡ ਦੀ ਮਲਿਕਾ ਸੀ, ਇਸ ਇਲਾਕੇ ਦੀ ਰਾਣੀ। ਜਿੱਥੇ ਉਹਦੇ ਕਦਮ ਪੈਂਦੇ ਸੀ ਉੱਥੇ ਇਸ ਇਲਾਕੇ ਦੇ ਲੋਕ ਅੱਖਾਂ ਵਿਛਾਉਂਦੇ ਸੀ। ਉਹਨੇ ਇਸ ਮੁਸਾਫਰ ਨੂੰ ਦੱਸ ਦਿੱਤਾ ਕਿ ਅਜੇ ਤੱਕ ਉਹ ਲਾਚੀ ਹੈ। ਉਹਨੇ ਮੁਸਾਫਰ ਦੀ ਗੱਲ ਸੁਣ ਕੇ ਉਸੇ ਵਕਤ ਉਹਦੀ ਬਾਂਹ ਫੜ ਕੇ 2 ਚਪੇੜਾਂ ਜੜਤੀਆਂ ਸੀ। ਗਮ ਤੇ ਗੁੱਸੇ ਨਾਲ ਉਹਦਾ ਸਾਰਾ ਸਰੀਰ ਕੰਬ ਰਿਹਾ ਸੀ। ਫਿਰ ਕਿਸੇ ਨੇ ਉਹਦੀ ਸੋਟੀ ਉਹਦੇ ਹੱਥੋਂ ਖੋਹ ਲਈ ਤੇ ਇੱਕ ਜ਼ੋਰਦਾਰ ਥੱਪੜ ਮਾਰ ਕੇ ਬੋਲਿਆ, ਹਰਾਮਜ਼ਾਦੀਏ, ਇੱਕ ਤਾਂ ਭੀਖ ਮੰਗਦੀ ਹੈ ਤੇ ਉੱਤੋਂ ਸ਼ਰੀਫ ਆਦਮੀਆਂ ਦੇ ਹੱਥ ਚੁੱਕਦੀ ਹੈ। ਲਾਚੀ ਨੇ ਆਵਾਜ਼ ਪਛਾਣ ਲਈ, ਇਹ ਹਮੀਦਾ ਟੈਕਸੀ ਵਾਲਾ ਸੀ। ਇੱਕ ਵਾਰ ਤਾਂ ਹੈਰਾਨ ਹੋ ਕੇ ਰਹਿ ਗਈ, ਫਿਰ ਗਮ ਤੇ ਗੁੱਸੇ ਦਾ ਜਜ਼ਬਾ ਇੱਕ ਤੂਫਾਨ ਵਾਂਗੂ ਭਰਾਇਆ ਤੇ ਭੜਕ ਕੇ ਬੋਲੀ, ਅੰਨੀ ਜਾਣ ਕੇ ਮੇਰੀ ਬੇਇੱਜ਼ਤੀ ਕਰਦਾ ਹੈ? ਮੇਰੇ ਕੋਲ ਤਾਂ ਤੇਰੀ ਹੱਡੀ ਪਸਲੀ ਇੱਕ ਨਾ ਕਰਦੇ ਆ, ਜਾਣਦਾ ਕੌਣ ਆ ਮੈਂ? ਲਾਚੀ ਉੱਚੀ ਆਵਾਜ਼ 'ਚ ਬੋਲੀ, ਸ਼ੈਤਾਨ ਦੀ ਮਾਸੀ ਏ, ਬਦਜ਼ਾਤ ਚੁੜੇਲ ਏ, ਕਬਰਸਤਾਨ ਦੀ ਡੈਣ ਹੈ, ਹੋਰ ਕੌਣ ਹੈ ਤੂੰ? ਬਹੁਤ ਆਉਂਦੀਆਂ ਨੇ ਤੇਰੇ ਵਰਗੀਆਂ ਇਸ ਅੱਡੇ ਤੇ ਭੀਖ ਮੰਗਣ ਵਾਲੀਆਂ, ਹਮੀਦੇ ਨੇ ਗੁੱਸੇ ਨਾਲ ਕਿਹਾ। ਫਿਰ ਉਹਨੇ ਲਾਚੀ ਦੀ ਸੋਟੀ ਨਾਲ ਹੀ ਉਹਦੀ ਪਿੱਠ ਤੇ ਜ਼ੋਰਦਾਰ ਵਾਰ ਕੀਤਾ। ਲਾਚੀ ਤੜਫ ਉੱਠੀ, ਤਿਲ ਮਿਲਾਈ, ਚੱਕਰ ਖਾ ਗਈ। ਉਹਦੀਆਂ ਬਾਹਾਂ ਇੱਧਰ ਉੱਧਰ ਹਮੀਦੇ ਨੂੰ ਲੱਭਣ ਲਈ ਬੇਬਸੀ ਨਾਲ ਘੁੰਮੀਆਂ। ਉਹਦੀਆਂ ਇਹਨਾਂ ਹਰਕਤਾਂ ਨੂੰ ਵੇਖ ਕੇ ਸਕੂਲ ਤੋਂ ਆਉਂਦੇ ਹੋਏ ਬੱਚੇ ਹੱਸਣ ਲੱਗ ਪਏ। ਕੁਝ ਬੱਚਿਆਂ ਨੇ ਸੜਕ ਤੇ ਪਏ ਹੋਏ ਪੱਥਰਾਂ ਦੇ ਢੇਰ 'ਚੋਂ ਪੱਥਰ ਚੁੱਕ ਲਏ ਤੇ ਅੰਨੀ ਨੂੰ ਮਾਰਨ ਲੱਗੇ। ਮਾਰੋ ਮਾਰੋ, ਕੁਝ ਮੁੰਡੇ ਖੁਸ਼ੀ 'ਚ ਚੀਕੇ। ਉਹ ਮੁਸਾਫਰ ਜਿਹਨੂੰ ਲਾਚੀ ਨੇ ਮੁੱਕਾ ਮਾਰਿਆ ਸੀ, ਉਹਨੇ ਵੀ ਇੱਕ ਪੱਥਰ ਮਾਰਿਆ। ਲਾਚੀ ਨੇ ਮੱਥੇ 'ਚੋਂ ਖੂਨ ਨਿਕਲ ਆਇਆ। ਉਹ ਲੜਖੜਾ ਕੇ ਭੱਜਣ ਲੱਗੀ। ਲੋਕਾਂ ਦੀ ਭੀੜ ਨੇ ਉਹਨੂੰ ਦੂਜੇ ਪਾਸੇ ਧੱਕਾ ਦੇ ਦਿੱਤਾ। ਮਾਧੋ ਨੇ ਪੱਥਰ ਮਾਰ ਕੇ ਗੁੱਸੇ ਨਾਲ ਕਿਹਾ, ਮਾਰੋ ਮਾਰੋ। ਪੱਥਰ ਲਾਚੀ ਦੇ ਮੋਢੇ ਤੇ ਜਾ ਲੱਗਿਆ। ਲਾਚੀ ਨੇ ਮਾਧੋ ਦੀ ਆਵਾਜ਼ ਪਛਾਣ ਲਈ, ਦਿਲੀ ਦਿਲ 'ਚ ਬੋਲੀ, ਇਹ ਮਾਧੋ ਆ, ਮਾਰੋ ਮਾਰੋ ਸਾਲੀ ਨੂੰ। ਪਾਨ ਵਾਲੇ ਨੇ ਪੱਥਰ ਚੁੱਕਿਆ, ਇਹ ਸੁਖੀਆ ਪਾਨ ਵਾਲਾ ਹੈ, ਲਾਚੀ ਨੇ ਆਪਣੇ ਦਿਲ ਵਿੱਚ ਕਿਹਾ। ਲਾਚੀ ਹੁਣ ਧਰਤੀ ਤੇ ਗਿਰੀ ਪਈ ਸੀ ਤੇ ਉਹਦੇ ਚਾਰੇ ਪਾਸਿਓਂ ਪੱਥਰਾਂ ਦਾ ਮੀਂਹ ਪੈ ਰਿਹਾ ਸੀ। ਉਹਨੇ ਆਪਣਾ ਮੂੰਹ ਆਪਣੇ ਹੱਥਾਂ 'ਚ ਢੱਕ ਲਿਆ। ਧਰਤੀ ਦੀ ਛਾਤੀ ਨਾਲ ਲਿਪਟੀ ਹੋਈ ਸੀ। ਪੱਥਰ ਉਹਦੇ ਸਰੀਰ ਨੂੰ ਵਿੰਨ ਰਹੇ ਸਨ। ਫਿਰ ਹੌਲੀ ਹੌਲੀ ਖਿੰਡਦੀ ਹੋਈ ਨਜ਼ਰ ਆਈ। ਲੋਕ ਤਿੱਤਰ ਬਿੱਤਰ ਹੋ ਕੇ ਭੱਜਣ ਲੱਗੇ। ਪੁਲਿਸ ਵਾਲਿਆਂ ਦੇ ਕਦਮਾਂ ਦੀ ਆਵਾਜ਼ ਨੇੜੇ ਆ ਗਈ। ਫਿਰ ਕਿਸੇ ਨੇ ਦੋਵਾਂ ਬਾਹਾਂ ਤੋਂ ਉਹਨੂੰ ਚੁੱਕ ਲਿਆ ਤੇ ਉਹਨੂੰ ਲੈ ਕੇ ਇਰਾਨੀ ਹੋਟਲ ਵੱਲ ਦੌੜਿਆ। 2 ਮੇਜ਼ ਜੋੜ ਕੇ ਉਹਨੂੰ ਲਿਟਾ ਦਿੱਤਾ ਤੇ ਕਿਸੇ ਨੇ ਭਾਰੀ ਆਵਾਜ਼ 'ਚ ਕਿਹਾ, ਪਾਣੀ ਲਿਆਓ, ਪਾਣੀ ਲਿਆਓ। ਲਾਚੀ ਇੱਕਦਮ ਚੌਂਕ ਉੱਠੀ। ਇਹ ਗੁਲ ਦੀ ਆਵਾਜ਼ ਸੀ ਜੋ ਉਹਦੀ ਨਸ ਨਸ 'ਚ ਸਮਾਉਂਦੀ ਜਾ ਰਹੀ ਸੀ। ਗੁਲ ਦੇ ਹੱਥ ਉਹਦੇ ਚਿਹਰੇ ਦੇ ਜ਼ਖਮਾਂ ਨੂੰ ਧੋ ਰਹੇ ਸਨ। ਇਹ ਰਹਿਮਤ ਦੀਆਂ ਬੂੰਦਾਂ ਸਨ ਜੋ ਉਹਦੀਆਂ ਅੰਨੀਆਂ ਅੱਖਾਂ ਨੂੰ ਰੌਸ਼ਨੀ ਦੇ ਰਹੀਆਂ ਸਨ। ਇਹ ਤਾਂ ਮੇਰਾ ਗੁਲ ਹੈ, ਇਹ ਤਾਂ ਮੇਰਾ ਗੁਲ ਹੈ। ਕੀ ਹੋਇਆ? ਇੱਕ ਪੁਲਿਸ ਵਾਲੇ ਨੇ ਗੁਲ ਨੂੰ ਪੁੱਛਿਆ। ਮੈਨੂੰ ਖੁਦ ਵੀ ਪਤਾ ਨਹੀਂ, ਮੈਂ ਇੱਥੇ ਬੈਠਾ ਚਾਹ ਪੀ ਰਿਹਾ ਸੀ। ਸ਼ੋਰ ਸੁਣ ਕੇ ਬਾਹਰ ਗਿਆ ਤਾਂ ਦੇਖਿਆ ਲੋਕ ਇਹਨੂੰ ਪੱਥਰ ਮਾਰ ਰਹੇ ਸੀ। ਮੈਨੂੰ ਚੁੱਕ ਕੇ ਉਹਨਾਂ ਲੋਕਾਂ ਦੀ ਭੀੜ 'ਚੋਂ ਬਚਾ ਕੇ ਇੱਥੇ ਲੈ ਆਏ ਆ। ਚੰਗਾ ਕੀਤਾ। ਜਦੋਂ ਇਹ ਹੋਸ਼ 'ਚ ਆ ਜਾਏਗੀ ਤਾਂ ਤੁਸੀਂ ਇਸ ਵਿਚਾਰੀ ਦੀ ਰਿਪੋਰਟ ਜ਼ਰੂਰ ਦਰਜ ਕਰ ਲਿਓ। ਸੰਤਰੀ ਜੀ, ਸੰਤਰੀ ਜ਼ੋਰ ਨਾਲ ਹੱਸਿਆ। ਜੇ ਅਜਿਹੇ ਮੰਗਤਿਆਂ ਦੀਆਂ ਰਿਪੋਰਟਾਂ ਦਰਜ ਕਰਦੇ ਫਿਰੀਏ ਤਾਂ ਸ਼ਹਿਰ ਦੀ ਪੁਲਿਸ ਕੋਈ ਹੋਰ ਕੰਮ ਨਹੀਂ ਕਰ ਸਕੇਗੀ। ਉਹ ਹੱਸਦਾ ਹੋਇਆ ਚਲਾ ਗਿਆ। ਇਰਾਨੀ ਕੋਲ ਫਸਟ ਏਡ ਦਾ ਸਮਾਨ ਸੀ। ਗੁਲ ਨੇ ਛੇਤੀ ਛੇਤੀ ਕਿਸੇ ਤਰ੍ਹਾਂ ਉਹਨਾਂ ਜ਼ਖਮਾਂ ਦੀ ਮੱਲਮ ਪੱਟੀ ਕੀਤੀ। ਫਿਰ ਵੀ ਉਹਨੂੰ ਡਾਕਟਰ ਕੋਲ ਲਿਜਾਣਾ ਜ਼ਰੂਰੀ ਸੀ ਤੇ ਡਾਕਟਰ ਦੀ ਦੁਕਾਨ ਸਟੇਸ਼ਨ ਤੋਂ ਬਾਹਰ ਪਾਨ ਵਾਲੀ ਦੀ ਦੁਕਾਨ ਦੇ ਬਰਾਬਰ ਸੀ। ਗੁਲ ਨੇ ਉਹਨੂੰ ਪੁੱਛਿਆ ਕਿ ਤੂੰ ਚੱਲ ਸਕਦੀ ਹੈ? ਲਾਚੀ ਨੇ ਹੌਲੀ ਜਿਹੀ ਨਾਂ 'ਚ ਸਿਰ ਹਿਲਾ ਦਿੱਤਾ ਤੇ ਬਿਲਕੁਲ ਸੱਚ ਸੀ। ਉਹ ਆਪਣੇ ਅੰਦਰ ਥੋੜੀ ਜਿਹੀ ਵੀ ਤਾਕਤ ਮਹਿਸੂਸ ਨਹੀਂ ਕਰਦੀ ਸੀ। ਸ਼ਾਇਦ ਉਹ ਜ਼ਖਮਾਂ ਤੋਂ ਨਿਢਾਲ ਹੋ ਕੇ ਉੱਥੋਂ ਚਲੀ ਜਾਂਦੀ, ਪਰ ਗੁਲ ਦੀ ਆਮਦ ਨੇ ਉਹਦੀ ਰੂਹ ਤੇ ਜਿਸਮ ਦੀ ਸਾਰੀ ਤਾਕਤ ਖਤਮ ਕਰ ਦਿੱਤੀ। ਗੁਲ ਨੇ ਉਹਨੂੰ ਬਾਹਾਂ 'ਚ ਚੁੱਕ ਲਿਆ ਤੇ ਇਰਾਨੀ ਨੂੰ ਬੋਲਿਆ, ਮੈਂ ਇਹਨੂੰ ਡਾਕਟਰ ਦੀ ਦੁਕਾਨ ਤੱਕ ਲੈ ਚੱਲਦਾ। ਲਾਚੀ ਨੇ ਜਦ ਆਪਣਾ ਸਿਰ ਗੁਲ ਦੇ ਮੋਢੇ ਤੇ ਮਹਿਸੂਸ ਕੀਤਾ, ਭੁੱਬਾ ਮਾਰ ਕੇ ਰੋਣ ਲੱਗੀ। ਅਜਿਹਾ ਰੋਣਾ ਤਾਂ ਉਹਨੇ ਅੱਜ ਤੱਕ ਨਹੀਂ ਸੀ ਆਇਆ। ਹਰ ਨਾਕਾਮੀ, ਹਰ ਨਾਉਮੀਦੀ, ਹਰ ਚਾਹਤ, ਹਰ ਯਾਦ ਦਿਲ ਦੀਆਂ ਗਹਿਰਾਈਆਂ ਤੋਂ ਕਿਸੇ ਝਰਨੇ ਵਾਂਗ ਫੁੱਟ ਪਈ ਸੀ। ਕਾਸ਼ ਇਹਨਾਂ ਬਾਹਾਂ 'ਚ ਹੀ ਉਹਦੀ ਜਾਨ ਨਿਕਲ ਜਾਏ ਤਾਂ ਕਿੰਨਾ ਚੰਗਾ ਹੋਵੇ। ਇਹ ਕਾਲੀ ਰਾਤ ਦਾ ਸਫ਼ਰ ਜੇ ਆਪਣੇ ਮਹਿਬੂਬ ਦੀਆਂ ਬਾਹਾਂ 'ਚ ਕੱਟ ਜਾਏ ਤਾਂ ਮੌਤ ਕਿੰਨੀ ਹੁਸੀਨ ਹੋਵੇ। ਉਹ ਮੇਰੇ ਖੁਦਾ, ਮੈਂ ਤੇਰੇ ਤੋਂ ਹੋਰ ਕੁਝ ਨਹੀਂ ਮੰਗਦੀ, ਬਸ ਇਸੇ ਪਲ ਮੇਰੀ ਜਾਨ ਲੈ ਲੈ, ਮੈਨੂੰ ਇਸ ਮੋਢੇ ਤੇ ਸਦਾ ਲਈ ਸੌਂ ਜਾਣ ਦੇ। ਗੁਲ ਨੇ ਡਾਕਟਰ ਦੀ ਦੁਕਾਨ ਦੇ ਅੰਦਰ ਜਾ ਕੇ ਉਹਨੂੰ ਸਹਾਰਾ ਦੇ ਕੇ ਬੈੱਡ ਤੇ ਬਿਠਾ ਦਿੱਤਾ। ਡਾਕਟਰ ਨੇ ਜ਼ਖਮਾਂ ਦੀ ਪੜਤਾਲ ਕੀਤੀ। ਜ਼ਖਮ ਦੇਖ ਕੇ ਕਿਹਾ, ਜ਼ਖਮ ਮਾਮੂਲੀ ਹਨ, ਡੂੰਘੇ ਨਹੀਂ ਹਨ, ਹਫ਼ਤੇ 'ਚ ਠੀਕ ਹੋ ਜਾਏਗੀ, ਰੋਜ਼ ਪੱਟੀ ਲਈ ਆਉਣਾ ਪਏਗਾ। ਇਹਦਾ ਨਾਮ? ਗੁਲ ਲਾਚੀ ਵੱਲ ਮੁੜਿਆ ਤੇ ਪੁੱਛਣ ਲੱਗਾ, ਤੇਰਾ ਨਾਮ ਕੀ ਹੈ? ਲਾਚੀ ਖਾਮੋਸ਼ ਰਹੀ, ਖਾਮੋਸ਼ ਰਹੀ, ਖਾਮੋਸ਼ ਰਹੀ। ਦਿਲ ਦਾ ਤੂਫਾਨ ਵੱਧਦਾ ਗਿਆ, ਵੱਧਦਾ ਗਿਆ। ਕਿਆਮਤ ਦੇ ਸ਼ੋਰ ਨਾਲ ਕੰਨਾਂ ਦੇ ਪਰਦੇ ਫਟਣ ਲੱਗੇ। ਇਹ ਗੁਲ ਦੀ ਆਵਾਜ਼ ਸੀ ਜਾਂ ਇਜ਼ਰਾਈਲ ਫਰਿਸ਼ਤੇ ਦਾ ਸੁਰ ਸੀ, ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ। ਜਿਵੇਂ ਜ਼ਮੀਨ ਤੇ ਅਸਮਾਨ ਦੇ ਝਰੋਖਿਆਂ 'ਚੋਂ ਅੱਗ ਵਰਾਉਂਦਾ ਲਾਵਾ ਫੁੱਟ ਪਿਆ ਹੋਵੇ
ਤੇ ਬੱਦਲਾਂ ਵਾਂਗ ਗਰਜਦਾ ਹੋਇਆ ਲਾਚੀ ਦੇ 4 ਚੁਫੇਰੇ ਘੁੰਮ ਰਿਹਾ ਹੋਵੇ। ਡਾਕਟਰ ਸਾਹਿਬ ਤੇਰਾ ਨਾਮ ਪੁੱਛਦੇ ਨੇ। ਗੁਲ ਨੇ ਫਿਰ ਬੜੀ ਨਰਮੀ ਨਾਲ ਕਿਹਾ। ਮੇਰਾ ਤਾਂ ਕੋਈ ਨਾਮ ਹੀ ਨਹੀਂ। ਅਖੀਰ ਲਾਚੀ ਨੇ ਬੜੀ ਮੁਸ਼ਕਲ ਨਾਲ ਕਿਹਾ। ਸੱਚ ਕਹਿਨੀ ਹੈ? ਡਾਕਟਰ ਨੇ ਛੇਤੀ ਛੇਤੀ ਪੈਡ ਤੇ ਕੁਝ ਲਿਖਦੇ ਹੋਏ ਕਿਹਾ। ਸੜਕ ਤੇ ਭੀਖ ਮੰਗਣ ਵਾਲੀਆਂ ਇਹਨਾਂ ਅੰਨੀਆਂ ਮੰਗਤੀਆਂ ਦਾ ਭਲਾ ਕੀ ਨਾਮ ਹੋਊ? ਅਜਿਹਾ ਤਾਂ ਨਹੀਂ ਡਾਕਟਰ ਸਾਹਿਬ, ਗੁਲ ਨੇ ਹੱਸ ਕੇ ਕਿਹਾ। ਇਹਨਾਂ ਅੰਨੀਆਂ ਮੰਗਤੀਆਂ ਦੇ ਵੀ ਨਾਮ ਹੁੰਦੇ ਨੇ। ਇਹਨਾਂ ਦੇ ਅੱਡੇ ਵੀ ਹੁੰਦੇ ਨੇ ਜਿੱਥੇ ਰੋਜ਼ਾਨਾ ਰਾਤ ਨੂੰ ਪੁੱਜ ਜਾਂਦੀਆਂ ਨੇ। ਤੂੰ ਸੱਚ ਕਹਿਨੀ ਹੈ? ਲਾਚੀ ਨੇ ਆਪਣੇ ਦਿਲ ਨੂੰ ਕਿਹਾ। ਕਦੇ ਮੇਰਾ ਵੀ ਇੱਕ ਨਾਮ ਸੀ, ਕਦੇ ਮੇਰਾ ਵੀ ਇੱਕ ਘਰ ਸੀ ਜਿੱਥੇ ਮੈਂ ਹਰ ਰੋਜ਼ ਆਪਣੇ ਖਿਆਲਾਂ 'ਚ ਪੁੱਜ ਜਾਂਦੀ ਸੀ, ਰਾਤ ਨੂੰ ਵੀ, ਦਿਨ ਨੂੰ ਵੀ, ਸਵੇਰ ਨੂੰ ਵੀ, ਸ਼ਾਮ ਨੂੰ ਵੀ। ਪਰ ਅੱਜ ਮੇਰੇ ਖਿਆਲਾਂ 'ਚੋਂ ਰਾਤ ਆਈ ਹੈ ਜਿਹਦੀ ਕੋਈ ਸਵੇਰ ਨਹੀਂ। ਹੁਣ ਮੈਂ ਕਿੱਥੇ ਪਹੁੰਚਾਂਗੀ, ਕਿਹਨੂੰ ਆਵਾਜ਼ ਮਾਰਾਂਗੀ, ਕਿਹਨੂੰ ਆਪਣਾ ਨਾਮ ਦੱਸਾਂਗੀ, ਕਿਸ ਘਰ ਦਾ ਬੂਹਾ ਖੜਕਾਵਾਂਗੀ? ਡਾਕਟਰ, ਡਾਕਟਰ, ਕਿਉਂ ਇਸ ਨਸ਼ਤਰ ਨਾਲ ਮੇਰੇ ਜ਼ਖਮ ਕੁਰੇਦ ਰਹੇ ਹੋ? ਇਹਨੂੰ ਮੇਰੇ ਦਿਲ 'ਚ ਖੋਪ ਦਿਓ ਤਾਂ ਜੋ ਜ਼ਿੰਦਗੀ ਦੀ ਜਲਨ ਇੱਕ ਵਾਰ ਖਤਮ ਹੋ ਜਾਏ। ਡਾਕਟਰ ਨੇ ਪੈਡ ਤੋਂ ਵਰਕਾ ਪਾੜ ਕੇ ਗੁਲ ਦੇ ਹੱਥ 'ਚ ਫੜਾ ਦਿੱਤਾ। 5 ਰੁਪਏ, ਤੇ ਜੇ ਅਗਲੇ 7 ਦਿਨ ਪੱਟੀ ਕਰਾਓਗੇ ਤਾਂ 7 ਰੁਪਏ ਹੋਰ ਲੱਗਣਗੇ। ਗੁਲ ਨੇ ਜੇਬ 'ਚੋਂ 12 ਰੁਪਏ ਕੱਢੇ ਤੇ ਡਾਕਟਰ ਨੂੰ ਦਿੰਦਿਆਂ ਬੋਲਿਆ, ਇਹ 7 ਰੁਪਏ ਕਿੱਥੋਂ ਲਿਆਏਗੀ? ਇਹ ਵੀ ਮੈਂ ਹੀ ਦੇ ਦਿੰਨਾ। ਫਿਰ ਉਹ ਲਾਚੀ ਵੱਲ ਪਰਤਿਆ ਤੇ ਬੋਲਿਆ, ਰੋਜ਼ ਪੱਟੀ ਕਰਾਉਣ ਆ ਜਾਇਆ ਕਰ। ਬਹੁਤ ਅੱਛਾ, ਲਾਚੀ ਧੀਮੀ ਆਵਾਜ਼ 'ਚ ਬੋਲੀ। ਗੁਲ ਲਾਚੀ ਨੂੰ ਸਹਾਰਾ ਦੇ ਕੇ ਦੁਕਾਨ 'ਚੋਂ ਬਾਹਰ ਲਿਆਇਆ। ਬਾਹਰ ਲਿਆ ਕੇ ਬੋਲਿਆ, ਕਹੇ ਤਾਂ ਮੈਂ ਤੈਨੂੰ ਤੇਰੇ ਟਿਕਾਣੇ ਤੇ ਪਹੁੰਚਾ ਦਿਆਂ? ਨਹੀਂ, ਮੈਂ ਆਪੇ ਚਲੀ ਜਾਵਾਂਗੀ। ਗੁਲ ਕੁਝ ਨਾ ਬੋਲਿਆ। ਫਿਰ ਕੁਝ ਦੇਰ ਬਾਅਦ ਬੋਲਿਆ, ਤੇਰਾ ਟਿਕਾਣਾ ਕਿੱਥੇ ਹੈ? ਮੇਰਾ ਟਿਕਾਣਾ? ਲਾਚੀ ਬੋਲੀ। ਜਿੱਥੇ ਰਾਤ ਪੈ ਗਈ ਉਹੀ ਮੇਰਾ ਟਿਕਾਣਾ ਹੈ ਬਾਬੂ। ਤੁਸੀਂ ਮੇਰੇ ਵਾਸਤੇ ਬਹੁਤ ਕੁਝ ਕੀਤਾ ਹੈ, ਹੁਣ ਤੁਸੀਂ ਜਾਓ ਬਾਬੂ ਜੀ, ਆਪਣੇ ਘਰ ਜਾਓ। ਲਾਚੀ ਦਾ ਗੱਚ ਭਾਰ ਆਇਆ। ਗੁਲ ਉਸ ਵੱਲ ਵੇਖਦਾ ਰਿਹਾ, ਫਿਰ ਹੌਲੀ ਜਿਹੀ ਮੁੜਿਆ ਤੇ ਸਿਰ ਝੁਕਾ ਕੇ ਤੁਰਨ ਲੱਗਿਆ। ਉਹ ਜਾ ਰਿਹਾ ਹੈ, ਉਹ ਜਾ ਰਿਹਾ ਹੈ, ਉਹ ਜਾ ਰਿਹਾ ਹੈ। ਉਹ ਹੁਣ ਤੈਨੂੰ ਕਦੇ ਨਹੀਂ ਮਿਲੇਗਾ। ਉਹਨੂੰ ਕਦੇ ਨਹੀਂ ਵੇਖ ਸਕੇਂਗੀ, ਕਦੇ ਛੂਹ ਨਹੀਂ ਸਕੇਂਗੀ। ਉਹਦੀ ਯਾਦ ਵਿੱਚ ਸਿਸਕ ਸਿਸਕ ਕੇ ਮਰ ਜਾਏਂਗੀ। ਉਹਨੂੰ ਕੁਝ ਪਤਾ ਨਹੀਂ ਲੱਗਣਾ। ਲਾਚੀ ਲੜਖੜਾਉਂਦੀ ਹੋਈ ਗੁਲ ਦੇ ਕਦਮਾਂ ਦੀ ਆਵਾਜ਼ ਤੇ ਭੱਜੀ ਤੇ ਆਪਣੀਆਂ ਦੋਵੇਂ ਬਾਹਾਂ ਨਾਲ ਗੁਲ ਨੂੰ ਫੜ ਲਿਆ। ਉਹਦੀ ਛਾਤੀ ਨਾਲ ਆਪਣੇ ਚਿਹਰੇ ਨੂੰ ਲੁਕਾਉਂਦੀ ਬੋਲੀ, ਗੁਲ, 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 ਮੈਨੂੰ ਪਛਾਣਦਾ ਨਹੀਂ? ਮੈਂ ਲਾਚੀ ਹਾਂ। ਅਧਿਆਇ 18ਵਾਂ, ਅਖੀਰਲਾ ਅਧਿਆਇ। ਮਿਲਣ ਦੀ ਰਾਤ ਆਈ ਸੀ, ਪਰ ਕਿਸੇ ਲਈ ਕਿੰਨੀ ਭਿਆਨਕ ਤੇ ਡਰਾਉਣੀ, ਕਿਸੇ ਲਈ ਚਮਕਦਾਰ ਤੇ ਨੂਰ ਦੀ ਭਰੀ ਹੋਈ। ਕਾਇਨਾਤ ਦੀਆਂ ਸਾਰੀਆਂ ਖੁਸ਼ਬੂਆਂ ਨਾਲ ਭਰਪੂਰ ਇੱਕ ਹੀ ਰਾਤ ਸੀ, ਪਰ ਦੋਵਾਂ ਲਈ ਕਿੰਨੀ ਵੱਖਰੀ ਸੀ। ਲਾਚੀ ਚੈਨ ਦਾ ਠੰਡਾ ਸਾਹ ਲੈ ਕੇ ਗੁਲ ਦੀ ਛਾਤੀ ਨਾਲ ਲੱਗ ਕੇ ਸੌਂ ਗਈ ਸੀ। ਗੁਲ ਸੋਚ ਰਿਹਾ ਸੀ, ਇੱਕ ਰਾਤ ਵਿੱਚ 2 ਰਾਤਾਂ ਕਿਵੇਂ ਮੁਮਕਿਨ ਹਨ? ਇੱਕ ਰਾਤ ਸਿਆਹ ਕਾਲੀ, ਸੰਘਣੀ, ਬੇਵਜੂਦ ਤੇ ਬਦਬੂਦਾਰ ਗੰਦਗੀ ਤੇ ਸੜਿਆਂਦ ਨਾਲ ਭਰੀ। ਦੂਜੀ ਰਾਤ ਸੁਥਰੇ ਸੁਥਰੇ ਜਜ਼ਬਾਤ ਵਾਲੀ, ਮਾਸੂਮ ਤੇ ਪਵਿੱਤਰ ਰਾਤ, ਜਦ ਕਹਿਕਸ਼ਾਂ ਮੁਸਕਰਾਉਂਦੀ ਹੈ ਤੇ ਚਾਨਣੀ ਉਮਰ ਬਣ ਕੇ ਵਹਿੰਦੀ ਹੈ। ਦੁਮੇਲ ਤੋਂ ਦੁਮੇਲ ਤੱਕ ਕਿਸੇ ਦੀ ਰੂਹ ਵਿੱਚ ਤਾਰਿਆਂ ਦੇ ਫੁੱਲ ਬਣ ਕੇ ਖਿੜਦੇ ਜਜ਼ਬਾਤ ਤੇ ਪਿਆਰ ਦੀ ਗੋਦ ਵਿੱਚ ਸਮਾਉਣ ਦੀ ਰਾਤ। ਕੋਈ ਚੈਨ ਦਾ ਗੂੜਾ ਸਾਹ ਲੈ ਕੇ ਆਪਣੇ ਆਪ ਨੂੰ ਕਿਸੇ ਦੇ ਸਪੁਰਦ ਕਰ ਦਿੰਦਾ। ਹਾਂ, ਇੱਕ ਰਾਤ ਤੇ ਦੂਸਰੀ ਰਾਤ 'ਚ ਇੰਨਾ ਹੀ ਫਰਕ ਹੁੰਦਾ ਹੈ ਜਿੰਨਾ ਨੇਕੀ ਤੇ ਬਦੀ ਵਿੱਚ। ਲਾਚੀ ਗੂੜੀ ਨੀਂਦ ਸੌਂ ਰਹੀ ਸੀ। ਨੀਂਦ 'ਚ ਉਹਦਾ ਚਿਹਰਾ ਗੂੰਦ ਵਾਲੀ ਟੇਪ ਨਾਲ ਵਿੰਨਿਆ ਚਿਹਰਾ ਕਿਸੇ ਖੌਫਨਾਕ ਕਬਰਿਸਤਾਨ ਵਰਗਾ ਲੱਗਦਾ ਸੀ। ਗੁਲ ਹੌਲੇ ਜਿਹੇ ਬਿਸਤਰੇ ਤੋਂ ਉੱਠਿਆ, ਬਾਹਰ ਬੈਲਕਨੀ 'ਚ ਆ ਗਿਆ। ਰਾਤ ਚੁੱਪ ਸੀ, ਹਰ ਪਾਸੇ ਗੂੜਾ ਹਨੇਰਾ। ਕਿਤੇ ਕੋਈ ਚੰਨ ਤੇ ਸਿਤਾਰਾ ਨਹੀਂ ਸੀ। ਕਾਲੇ ਬੱਦਲਾਂ ਨੇ ਸਾਰੇ ਅਸਮਾਨ ਨੂੰ ਆਪਣੇ ਗਿਲਾਫ ਵਿੱਚ ਢੱਕ ਲਿਆ ਸੀ। ਗੁਲ ਨੇ ਅਸਮਾਨ ਵੱਲ ਦੇਖਿਆ, ਪਰ ਉਹ ਅਸਮਾਨ ਤੋਂ ਕਿਸੇ ਤਰ੍ਹਾਂ ਦੀ ਮਦਦ ਦੀ ਉਮੀਦ ਨਹੀਂ ਕਰ ਸਕਦਾ ਸੀ। ਗੁਲ ਨੇ ਉਦਾਸ ਹੋ ਕੇ ਆਪਣੇ ਦਿਲ ਨੂੰ ਟਟੋਲਿਆ। ਉਹਨੇ ਕਿਸੇ ਜਜ਼ਬੇ ਤੋਂ ਖਾਲੀ ਵੇਖਿਆ। ਮੁਹੱਬਤ ਦੀ ਸਾਰੀ ਰੇਤ ਘਿਰ ਗਈ ਸੀ ਤੇ ਉਹਦੇ ਦਿਲ ਦੀ ਮੁੱਠੀ ਬਿਲਕੁਲ ਖਾਲੀ ਹੋ ਗਈ ਸੀ। ਉਹ ਆਪਣੇ ਦਿਲ ਨੂੰ ਲੱਖ ਸਮਝਾਉਂਦਾ, ਪਰ ਜਦ ਲਾਚੀ ਵੱਲ ਵੇਖਦਾ ਉਹਨੂੰ ਇੱਕ ਨਫ਼ਰਤ ਭਰਿਆ ਅਹਿਸਾਸ ਹੋਣ ਲੱਗਦਾ। ਇਹ ਉਹ ਲਾਚੀ ਨਹੀਂ ਹੈ ਜਿਹਨੂੰ ਉਹਨੇ ਪਿਆਰ ਕੀਤਾ ਸੀ, ਜਿਹਦੀ ਖਾਤਰ ਉਹਨੇ ਸਾਰੀ ਦੁਨੀਆ ਨਾਲ ਲੜਾਈ ਮੁੱਲ ਲਈ ਸੀ, ਜਿਹਦੀ ਖਾਤਰ ਉਹਨੇ ਮੁਲਕ ਤੇ ਕਲਚਰ, ਤਹਿਜ਼ੀਬ, ਅਕਲ ਤੇ ਸਿਆਣਪ ਦੀਆਂ ਸਾਰੀਆਂ ਕੰਧਾਂ ਟੱਪੀਆਂ ਸਨ। ਉਹ ਲਾਚੀ ਅੱਜ ਉਹਦੀ ਗੋਦ 'ਚ ਸੀ, ਪਰ ਉਹਨੂੰ ਪਿਆਰ ਨਹੀਂ ਕਰ ਸਕਦਾ ਸੀ। ਉਹਨੂੰ ਆਪਣੀਆਂ ਬਾਹਾਂ 'ਚ ਲਟਾ ਨਹੀਂ ਸਕਦਾ ਸੀ। ਉਹਦੇ ਦਿਲ ਜਿਗਰ ਨੂੰ ਗਰਮਾਉਣ ਵਾਲਾ, ਸਾਹ ਰੋਕਣ ਵਾਲਾ ਮਜ਼ਬੂਤ ਜਜ਼ਬਾ ਅੱਜ ਕਿੱਥੇ ਛੁਪ ਗਿਆ ਸੀ? ਚਾਰੋਂ ਪਾਸੇ ਬਰਫ਼ ਸੀ, ਬਰਫ਼ ਹੀ ਬਰਫ਼। ਜਿਸ ਜਜ਼ਬੇ ਨੂੰ ਵੀ ਛੇੜੇ ਉਹੀ ਜੰਮਿਆ ਹੋਇਆ। ਜਿਸ ਚਾਹਤ ਨੂੰ ਵੇਖੋ ਬਰਫੀਲੀ, ਜਿਸ ਸ਼ੌਕ ਨੂੰ ਛੇੜੇ ਮਿੱਟੀ 'ਚ ਮਿਲਿਆ ਹੋਇਆ, ਸੁਆਹ ਬਣਿਆ ਹੋਇਆ, ਜਦ ਕਿ ਇਹ ਉਹ ਲਾਚੀ ਸੀ।
ਉਹੀ ਉਹਦਾ ਬੁਲੰਦ ਜਜ਼ਬਾ ਸੀ। ਉਹ ਮੁਕੰਮਲ ਸਪੁਰਦਗੀ ਤੇ ਭਰੋਸਾ ਉਹਨੂੰ ਗੁਲ ਕੀ ਮਿਲ ਗਿਆ ਸੀ। ਸਮਝੋ ਕਾਇਨਾਤ ਦੀਆਂ ਸਾਰੀਆਂ ਖੁਸ਼ੀਆਂ ਉਸ ਨੂੰ ਹਾਸਲ ਹੋ ਗਈਆਂ ਸਨ, ਪਰ ਉਹ ਖੁਦ ਇੱਕ ਬਿਆਬਾਨ ਜੰਗ ਵਿੱਚ ਇਕੱਲਾ ਖੜਾ ਸੀ। ਚਾਰੇ ਪਾਸੇ ਘੁੰਮ ਕੇ ਆਪਣੇ ਜਜ਼ਬੇ ਨੂੰ ਆਵਾਜ਼ਾਂ ਮਾਰਦਾ ਸੀ, ਪਰ ਕਿਤੋਂ ਵੀ ਪਰਤ ਕੇ ਮੁਹੱਬਤ ਦਾ ਕੋਈ ਵੀ ਜਜ਼ਬਾ ਉਹਨੂੰ ਪੁਕਾਰਦਾ ਨਹੀਂ ਸੀ। ਰਾਤ ਕਾਲੀ ਸੀ, ਜਜ਼ਬਾ ਬੇਜਾਨ, ਮਾਯੂਸੀ ਪੂਰੀ। ਗੁਲ ਨੇ ਦੋਵਾਂ ਹੱਥਾਂ ਨਾਲ ਆਪਣੇ ਸਿਰ ਦੇ ਵਾਲ ਪੁੱਟ ਲਏ, ਪਰ ਉਹ ਕਿਸੇ ਤਰ੍ਹਾਂ ਵੀ ਕਿਸੇ ਸਵਾਦਲੇ ਜਜ਼ਬੇ ਨੂੰ ਆਪਣੇ ਕੋਲ ਬੁਲਾ ਨਾ ਸਕਿਆ। ਡਾਕਟਰ ਨੇ 7 ਦਿਨਾਂ ਬਾਅਦ ਲਾਚੀ ਦੀਆਂ ਪੱਟੀਆਂ ਖੋਲੀਆਂ। 10 ਦਿਨਾਂ ਬਾਅਦ ਲਾਚੀ ਚੱਲਣ ਫਿਰਨ ਲੱਗੀ। ਲਾਚੀ ਨੂੰ ਗੁਲ ਨੇ ਕਿਹਾ, ਮੈਨੂੰ ਪੂਨਾ 'ਚ ਇੱਕ ਨੌਕਰੀ ਮਿਲ ਗਈ ਹੈ, ਮੈਨੂੰ ਉੱਥੇ ਜਾਣਾ ਪਏਗਾ, ਮੈਂ ਵੀ ਤੇਰੇ ਨਾਲ ਚੱਲਾਂਗੀ। ਲਾਚੀ ਖੁਸ਼ ਹੋ ਕੇ ਬੋਲੀ, ਉਹ ਤਾਂ ਠੀਕ ਹੈ, ਪਰ ਮੈਂ ਪਹਿਲਾਂ ਉੱਥੇ ਜਾ ਕੇ ਹਾਜ਼ਰੀ ਦੇ ਆਵਾਂ, ਇੱਕ ਮਕਾਨ ਤੇਰੇ ਲਈ ਲੱਭ ਲਵਾਂ, ਅਖੀਰ ਇੱਕ ਛੋਟਾ ਜਿਹਾ ਘਰ ਤਾਂ ਵਸਾਉਣਾ ਹੀ ਪਏਗਾ। ਹਾਏ ਮੇਰਾ ਘਰ। ਲਾਚੀ ਖੁਸ਼ੀ ਨਾਲ ਆਪਣੇ ਦੋਵੇਂ ਹੱਥ ਆਪਣੀ ਛਾਤੀ ਤੇ ਰੱਖ ਕੇ ਬੋਲੀ। ਫਿਰ ਥੋੜੀ ਉਦਾਸ ਹੋ ਕੇ ਬੋਲੀ, ਕਿੰਨੇ ਦਿਨ ਲੱਗ ਜਾਣਗੇ? ਤਕਰੀਬਨ 1 ਮਹੀਨਾ ਲੱਗ ਜਾਏਗਾ। 1 ਮਹੀਨਾ ਮੈਂ ਇੱਥੇ ਇਕੱਲੀ ਰਹਾਂਗੀ? ਲਾਚੀ ਨੇ ਘਬਰਾ ਕੇ ਪੁੱਛਿਆ। ਨਹੀਂ, ਮੈਂ ਤੇਰੇ ਬਿਨਾਂ ਇੰਨੇ ਦਿਨ ਕਿਵੇਂ ਰਹਿ ਸਕਾਂਗੀ? ਬਸ 1 ਮਹੀਨੇ ਦੀ ਤਾਂ ਗੱਲ ਹੈ। 1 ਮਹੀਨੇ ਬਾਅਦ ਮੈਂ ਬੰਬਈ ਆ ਕੇ ਲੈ ਜਾਵਾਂਗਾ। ਹੋ ਸਕਦਾ ਇਹ ਤੋਂ ਪਹਿਲਾਂ ਹੀ ਲੈ ਜਾਵਾਂ। ਲੈ ਤਾਂ ਹੁਣ ਵੀ ਨਾਲ ਲੈ ਚੱਲਾਂ, ਪਰ ਮੈਂ ਤੈਨੂੰ ਰੱਖਾਂਗਾ ਕਿੱਥੇ? ਇੱਥੇ ਤਾਂ ਪਿਤਾ ਜੀ ਇਹ ਘਰ ਮੇਰੇ ਕਬਜ਼ੇ 'ਚ ਛੱਡ ਗਏ ਹਨ। ਇੱਥੇ ਹਰ ਕਿਸਮ ਦਾ ਆਰਾਮ ਹੈ। ਮੈਂ ਲੋਕਾਂ ਨੂੰ ਕਹਿ ਵੀ ਜਾਵਾਂਗਾ, ਤੈਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਹੋਏਗੀ। ਚਿੱਠੀ ਵੀ ਹਰ ਹਫ਼ਤੇ ਲਿਖਦਾ ਰਹਾਂਗਾ। ਲਾਚੀ ਰਾਜ਼ੀ ਹੋ ਗਈ। ਗੁੱਲੋ ਤੋਂ ਰੁਖਸਤ ਹੋ ਕੇ ਚਲਾ ਗਿਆ। ਜਾਂਦੇ ਹੋਏ ਉਹਨੂੰ 50 ਰੁਪਏ ਦੇ ਗਿਆ। ਉੱਪਰ ਦੇ ਖਰਚ ਲਈ ਲਾਚੀ ਬਹੁਤ ਖੁਸ਼ ਸੀ। 1 ਹਫ਼ਤਾ ਗੁਜ਼ਰ ਗਿਆ, ਦੂਜਾ ਹਫ਼ਤਾ ਗੁਜ਼ਰ ਗਿਆ, ਫਿਰ ਤੀਜਾ ਹਫ਼ਤਾ ਵੀ ਗੁਜ਼ਰ ਗਿਆ, ਪਰ ਗੁਲ ਦੀ ਚਿੱਠੀ ਨਾ ਆਈ। ਡਾਕੀਆ ਆਉਂਦਾ ਸੀ, ਲਾਚੀ ਦੇ ਕਮਰੇ ਦੇ ਸਾਹਮਣੇੋਂ ਗੁਜ਼ਰ ਜਾਂਦਾ ਸੀ। ਲਾਚੀ ਹਰ ਰੋਜ਼ ਡਾਕੀਏ ਨੂੰ ਪੁੱਛਦੀ ਤੇ ਡਾਕੀਆ ਹਰ ਵਾਰ ਨਾ ਦਾ ਜਵਾਬ ਦੇ ਦਿੰਦਾ। ਫਿਰ ਵੀ ਲਾਚੀ ਹਰ ਰੋਜ਼ ਉਹਨੂੰ ਪੁੱਛਦੀ ਸੀ। ਇਸੇ ਤਰ੍ਹਾਂ 1 ਹਫ਼ਤਾ ਹੋਰ ਗੁਜ਼ਰ ਗਿਆ, ਫਿਰ ਦੂਜਾ ਹਫ਼ਤਾ ਵੀ। ਨਾ ਗੁਲ ਆਇਆ, ਨਾ ਉਹਦੀ ਚਿੱਠੀ ਆਈ। ਲਾਚੀ ਨੇ 50 ਰੁਪਏ ਬਹੁਤ ਸੰਭਾਲ ਕੇ ਖਰਚ ਕੀਤੇ, ਪਰ ਆਖਰ ਨੂੰ 50 ਰੁਪਏ ਤਾਂ ਸਨ। 2 ਮਹੀਨਿਆਂ 'ਚ ਮੁੱਕ ਗਏ। 4-6 ਦਿਨ ਉਧਾਰ ਨਾਲ ਕੰਮ ਚੱਲਿਆ, ਫਿਰ ਉਧਾਰ ਮਿਲਣਾ ਬੰਦ ਹੋ ਗਿਆ। ਹੁਣ 3 ਦਿਨਾਂ ਤੋਂ ਲਾਚੀ ਫਾਕਾ ਕੱਟ ਰਹੀ ਸੀ। ਲੋਕ ਹੱਸਦੇ ਸੀ, ਮਨ ਚਲੇ ਉਹਨੂੰ ਮਿਹਣੇ ਮਾਰਦੇ ਸੀ। ਅੰਨੀ ਬੇਵਕੂਫ, ਗੁਲ ਦੀ ਉਡੀਕ ਕਰ ਰਹੀ ਹੈ। ਜੀਆਂ ਉਹ ਆਏਗਾ, ਜ਼ਰੂਰ ਆਏਗਾ। ਭਲਾ ਉਹਨੂੰ ਇਸ ਅੰਨੀ ਤੋਂ ਜ਼ਿਆਦਾ ਸੋਹਣੀ ਕੁੜੀ ਇਸ ਜਹਾਨ 'ਚ ਕਿੱਥੋਂ ਮਿਲੇਗੀ? ਲਾਚੀ ਸਭ ਕੁਝ ਸੁਣਦੀ ਪਰ ਚੁੱਪ ਰਹਿੰਦੀ। ਉਹਨੂੰ ਆਪਣੇ ਗੁਲ ਤੇ ਪੂਰਾ ਭਰੋਸਾ ਸੀ। ਉਹਦੇ ਦਿਲ 'ਚ ਹਰ ਦਿਨ ਉਦਾਸੀ ਛਾਉਂਦੀ, ਪਰ ਉਹ ਆਪਣੇ ਗੁਲ ਦਾ ਹੱਥ ਰੂਹ ਦੀਆਂ ਡੂੰਘਾਈਆਂ ਤੋਂ ਫੜ ਲੈਂਦੀ। ਪੂਰੇ ਭਰੋਸੇ ਨਾਲ ਆਪਣੇ ਦਿਲ ਨੂੰ ਸਮਝਾਉਂਦੀ, ਗੁਲ ਆਏਗਾ, ਜ਼ਰੂਰ ਆਏਗਾ। ਜ਼ਰੂਰ ਕੋਈ ਗੱਲ ਹੋ ਗਈ ਹੋਏਗੀ, ਉਹ ਬਿਮਾਰ ਹੋ ਗਿਆ ਹੋਏਗਾ, ਜਾਂ ਉਹਨੂੰ ਨੌਕਰੀ ਨਹੀਂ ਮਿਲੀ ਹੋਏਗੀ, ਪਰ ਉਹਨੂੰ ਚਾਹੀਦਾ ਸੀ ਕਿ ਮੈਨੂੰ ਚਿੱਠੀ ਤਾਂ ਲਿਖਦਾ। 2 ਲਾਈਨਾਂ ਹੀ ਚਿੱਠੀ ਲਿਖ ਦਿੰਦਾ, ਪਰ ਇਹ ਚੁੱਪ ਚੰਗੀ ਨਹੀਂ। ਪੂਰੇ 2 ਮਹੀਨੇ 10 ਦਿਨ ਬਾਅਦ ਡਾਕੀਏ ਦੇ ਪੈਰ ਲਾਚੀ ਦੇ ਕਮਰੇ ਦੇ ਸਾਹਮਣੇ ਆ ਕੇ ਰੁਕ ਗਏ। ਹੁਣ ਕੁਝ ਦਿਨਾਂ ਤੋਂ ਲਾਚੀ ਨੇ ਪੁੱਛਣਾ ਛੱਡ ਦਿੱਤਾ ਸੀ। ਚੁੱਪਚਾਪ ਆਪਣੇ ਕਮਰੇ 'ਚ ਪਈ ਰਹਿੰਦੀ ਤੇ ਖਲਾਅ 'ਚ ਗੁੰਮ ਰਹਿੰਦੀ। ਡਾਕੀਏ ਨੇ ਉੱਚੀ ਆਵਾਜ਼ 'ਚ ਕਿਹਾ, ਲਾਚੀ, ਤੇਰਾ ਮਨੀ ਆਰਡਰ ਹੈ। 1 ਵਾਰ ਤਾਂ ਜਿਵੇਂ ਲਾਚੀ ਦੇ ਹੋਸ਼ ਜਵਾਬ ਦੇ ਗਏ। ਦੂਜੇ ਹੀ ਪਲ ਦੌੜੀ ਦਰਵਾਜ਼ੇ ਤੱਕ ਆਈ ਤੇ ਡਾਕੀਏ ਨਾਲ ਟਕਰਾਉਂਦੀ ਬੱਚੀ। ਗੁਲ ਦਾ ਮਨੀ ਆਰਡਰ ਹੈ? ਕਿੱਥੋਂ ਆਇਆ? ਪੂਨੇ ਤੋਂ। ਕਿੰਨੇ ਦਾ ਮਨੀ ਆਰਡਰ ਹੈ? 30 ਰੁਪਏ ਦਾ। ਹੋਰ ਕੀ ਲਿਖਿਆ? ਹੋਰ ਤਾਂ ਕੁਝ ਨਹੀਂ ਲਿਖਿਆ। ਮਨੀ ਆਰਡਰ ਦੇ ਹੇਠਾਂ ਵਾਲੀ ਥਾਂ ਤੇ ਦੇਖੋ, ਜ਼ਰੂਰ ਕੁਝ ਲਿਖਿਆ ਹੋਏਗਾ। ਮੇਰੇ ਲਈ ਕਦ ਆਏਗਾ ਮੇਰਾ ਗੁਲ? ਜਾਂ ਮੈਨੂੰ ਉੱਥੇ ਬੁਲਾ ਰਿਹਾ, ਕੁਝ ਤਾਂ ਜ਼ਰੂਰ ਲਿਖਿਆ ਹੋਏਗਾ। ਸੁਭਾਨ, ਜ਼ਰਾ ਗੌਰ ਨਾਲ ਵੇਖੋ। ਸੁਭਾਨ। ਡਾਕੀਏ ਨੇ ਗੌਰ ਨਾਲ ਮਨੀ ਆਰਡਰ ਨੂੰ ਉਲਟ ਪੁਲਟ ਕਰਕੇ ਵੇਖਿਆ। ਨਹੀਂ, ਇੱਥੇ ਕੁਝ ਨਹੀਂ ਲਿਖਿਆ। ਲਾਚੀ ਚੁੱਪ ਹੋ ਗਈ। ਕੁਝ ਪਲਾਂ ਲਈ ਪੂਰਨ ਸ਼ਾਂਤੀ ਰਹੀ। ਫਿਰ ਲਾਚੀ ਬੋਲੀ, ਇਸ ਮਨੀ ਆਰਡਰ ਤੇ ਗੁਲ ਦਾ ਪਤਾ ਤਾਂ ਹੋਏਗਾ। ਮਾਰਫਤ ਸਟੇਸ਼ਨ ਪੂਨਾ। ਇਹ ਕਿਉਂ? ਜਦ ਕਿਸੇ ਦਾ ਘਰ ਨਾ ਹੋਵੇ। ਸੁਭਾਨ ਬੋਲਿਆ, ਜਾਂ ਕੋਈ ਆਪਣੇ ਘਰ ਦਾ ਪਤਾ ਨਾ ਦੱਸਣਾ ਚਾਹੁੰਦਾ ਹੋਵੇ ਤਾਂ ਉਹ ਆਦਮੀ ਇਸੇ ਤਰ੍ਹਾਂ ਮਨੀ ਆਰਡਰ ਭੇਜਦਾ ਹੈ। ਲਾਚੀ ਕਾਫੀ ਦੇਰ ਚੁੱਪ ਰਹੀ। ਉਹਦਾ ਦਿਲ ਇੰਨੇ ਜ਼ੋਰ ਨਾਲ ਧੜਕਣ ਲੱਗਿਆ ਜਿਵੇਂ ਹੁਣ ਉਛਲ ਕੇ ਬਾਹਰ ਆ ਜਾਏਗਾ। ਉਹਦੇ ਹੱਥ ਪੈਰ ਕੰਬਣ ਲੱਗੇ। ਬਹੁਤ ਮੁਸ਼ਕਿਲ ਨਾਲ ਉਹਨੇ ਆਪਣੀ ਆਵਾਜ਼ ਦੀ ਲੜਖੜਾਹਟ ਨੂੰ ਕਾਬੂ 'ਚ ਕਰਿਆ ਤੇ ਹੌਲੀ ਜੀ ਬੋਲੀ, ਸੁਭਾਨ, ਇਹ ਮਨੀ ਆਰਡਰ ਮੇਰੇ ਲਈ ਨਹੀਂ ਹੈ, ਇੱਕ ਅੰਨੀ ਮੰਗਤੀ ਲਈ ਹੈ। ਇਸ ਲਈ ਮਨੀ ਆਰਡਰ ਨੂੰ ਮੋੜ ਦਿਓ। ਲਾਚੀ, ਮੈਂ ਜਾਣਦਾ ਕਿ ਤੂੰ 3-4 ਦਿਨ ਤੋਂ ਫਾਕਾ ਕੱਟ ਰਹੀ ਹੈ। ਇਸ ਮਨੀ ਆਰਡਰ ਨੂੰ ਲੈ ਲੈ ਲਾਚੀ, ਇਸ ਨਾਲ ਘੱਟੋ ਘੱਟ 1 ਮਹੀਨਾ ਤਾਂ ਲੰਘ ਜਾਏਗਾ। ਨਹੀਂ ਸੁਭਾਨ, ਲਾਚੀ ਨੇ ਕਠੋਰ ਹੁੰਦਿਆਂ ਕਿਹਾ,
ਇਸ ਮਨੀ ਆਰਡਰ ਨੂੰ ਮੋੜ ਦਿਓ, ਫੌਰਨ ਮੋੜ ਦਿਓ। ਇਹ ਕਹਿ ਕੇ ਲਾਚੀ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਦਰਵਾਜ਼ੇ ਨਾਲ ਲੱਗੀ ਉਹ ਬਹੁਤ ਦੇਰ ਤੱਕ ਸੋਚਦੀ ਰਹੀ। ਡਾਕੀਏ ਦੇ ਕਦਮ ਦੂਰ ਹੁੰਦੇ ਗਏ, ਜਿਵੇਂ ਡਾਕੀਆ ਨਹੀਂ, ਉਹਦੀ ਉਮੀਦ ਦਾ ਆਖਰੀ ਪਰਛਾਵਾਂ, ਉਹਦੇ ਗੁੱਲ ਦਾ ਆਖਰੀ ਛਾਂ, ਉਹਦੇ ਦੁਮੇਲ ਤੋਂ ਦੂਰ, ਕਿਤੇ ਬਹੁਤ ਦੂਰ ਜਾ ਰਹੀ ਹੋਵੇ, ਸਦਾ ਲਈ। ਆਖਰੀ ਵਾਰ ਝੁੱਕ ਕੇ ਉਹਨੇ ਆਪਣੇ ਮਹਿਬੂਬ ਦੇ ਪਰਛਾਵੇਂ ਨੂੰ ਸੰਭਾਲ ਸਲਾਮ ਕੀਤਾ। ਸਾਰਾ ਕਮਰਾ ਚੁੱਪ-ਚਾਪ ਸੀ। ਉਹਦੀਆਂ ਅੱਖਾਂ ਅੰਨੀਆਂ ਸਨ, ਪਰ ਜ਼ਿੰਦਗੀ 'ਚ ਪਹਿਲੀ ਵਾਰ ਉਹਨੂੰ ਹਰ ਸ਼ੈ ਸਾਫ਼ ਤੇ ਰੌਸ਼ਨ ਨਜ਼ਰ ਆਈ ਸੀ। ਅਜਿਹੀ ਸਾਫ਼ ਤੇ ਰੌਸ਼ਨ ਜਿਵੇਂ ਰਾਤ ਦਾ ਹਨੇਰਾ, ਜਿਵੇਂ ਕਾਇਨਾਤ ਦਾ ਖਲਾਅ, ਜਿਵੇਂ ਆਦਮ ਦਾ ਗੁਨਾਹ। ਉਹ ਜ਼ਰਾ ਝੁਕੀ। ਉਹਨੇ ਝੁੱਕ ਕੇ ਕੰਧ ਦੇ ਖੂੰਜੇ ਨੂੰ ਲੱਭਿਆ। ਆਪਣੀ ਪਤਲੀ ਸੋਟੀ ਚੁੱਕੀ ਤੇ ਬਾਹਰ ਦੀ ਅੱਧ ਕਾਲੀ ਗੁਲਾਮ ਘੁੰਮਣ ਘੇਰੀ 'ਚ ਰਸਤਾ ਲੱਭਦੀ ਹੌਲੀ-ਹੌਲੀ ਬੱਸ ਅੱਡੇ ਤੇ ਭੀਖ ਮੰਗਣ ਚਲੀ ਗਈ। ਧੰਨਵਾਦ।